ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਸ਼ੁਰੂ ਹੋਇਆ, ਉਹਦੇ ਤੇ ਗੋਲੀकांड ਦੀ ਜਿਹੜੀਆਂ ਮੱਧਮਾਗੀਆਂ ਘਟਨਾਵਾਂ ਵਾਪਰੀਆਂ। ਮੰਦਭਾਗੀਆਂ ਘਟਨਾਵਾਂ ਬਾਅਦ ਜਿਹੜੀ ਕੈਪਟਨ ਅਮਰਿੰਦਰ ਦੀ ਜਿਹੜੀ ਸਿੱਟ ਜਿਹੜੀ ਹੈਗੀ ਜਾਂਚ ਜਿਹੜੀ ਖਾਸ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਤੇ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਕੇਵਲ ਰੱਦ ਹੀ ਨਹੀਂ ਕੀਤਾ, ਬਲਕਿ ਉਹਦੇ ਜਿਹੜੇ ਅਹਿਮ ਮੈਂਬਰ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਨਵੀਂ ਕੋਈ ਜਾਂਚ ਹੋਏ ਤਾਂ ਉਹਨੂੰ ਕਿਹਾ ਕਿ ਇਹਦੇ ਤੋਂ ਇਸ ਨੂੰ ਬਾਹਰ ਰੱਖੋ। ਤੇ ਇਸ ਜਿਹੜਾ ਫੈਸਲਾ ਆਇਆ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ, ਇਹਦੇ ਨਾਲ ਸੈਟਬੈਕ ਤਾਂ ਬਹੁਤ ਵੱਡੀ ਲੱਗੀ ਹੈ। ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਹੈ ਜਿੱਥੇ ਹੈਗੀ ਹੈ ਉੱਥੇ ਰੁਕ ਗਈ ਹੈਗੀ ਹੈ ਕਿ ਇਹ ਜਿਹੜਾ ਫੈਸਲਾ ਹੈਗਾ ਇਹ ਕੋਰਟ ਦਾ ਫੈਸਲਾ ਘੱਟ ਲੱਗਦਾ ਹੈਗਾ ਤੇ ਮਿਲੀ ਭੁਗਤ ਦਾ ਜਿਹੜਾ ਫੈਸਲਾ ਹੈਗਾ ਕੈਪਟਨ ਤੇ ਬਾਦਲ ਦਾ ਉਹ ਜ਼ਿਆਦਾ ਲੱਗਦਾ ਹੈਗਾ। ਲਗਾਤਾਰ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਨੇ ਇਸ ਮੁੱਦੇ ਨੂੰ ਸਿਆਸੀ ਤੌਰ ਤੇ ਵਰਤਿਆ ਔਰ ਅੱਜ ਤੱਕ ਵਰਤ ਰਹੀਆਂ ਨੇ। ਇਹ ਤਾਂ ਸਿਰਫ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਲੋਕਾਂ ਦੇ ਵੀ ਇਹਨਾਂ ਪਾਰਟੀਆਂ ਦੇ ਵੀ ਇਹ ਜਿਹੜੇ ਮੁੱਦੇ ਹੈਗੇ ਇੱਕ ਸਿਰਫ ਰਾਜਨੀਤਿਕ ਜਾਂ ਚੋਣਾਂ ਦੇ ਮੁੱਦੇ ਹੋ ਕੇ ਰਹਿ ਗਏ ਹੈਗੇ ਆ। ਕਾਂਗਰਸ ਦੀ ਸਰਕਾਰ 4.5 ਸਾਲ ਕਿਉਂਕਿ ਡਿਵੈਲਪਮੈਂਟ ਦੇ ਇਸ਼ੂ ਤੇ ਬਹੁਤ ਪਿੱਛੇ ਹੈ, ਇੰਪਲੋਇਮੈਂਟ ਦੇ ਇਸ਼ੂ ਤੇ ਬਹੁਤ ਪਿੱਛੇ ਹੈ, ਕਰਜ਼ਾ ਮਾਫੀ ਕਰ ਨਹੀਂ ਸਕੇ। ਇਹ ਸਾਰੀਆਂ ਚੀਜ਼ਾਂ ਨੂੰ ਕੱਲਾ ਬੇਅਦਬੀ ਦੀ ਆੜ ਦੇ ਵਿੱਚ ਲਿਆ ਕੇ 2022 ਲੜਨੀ ਚਾਹੁੰਦੇ। ਇਹ ਇੱਕ ਝਟਕਾ ਜ਼ਰੂਰ ਹੈਗਾ, ਵੱਡੀ ਸੈਟਬੈਕ ਹੈਗੀ ਹੈ ਇਹਨਾਂ ਮਾਮਲਿਆਂ ਦੇ ਵਿੱਚ। ਲੋਕੀ ਬਹੁਤ ਜਿਹੜੇ ਹੈਗੇ ਇਨਸਾਫ ਹੈਗੇ ਉਤਾਵਲੇ ਇਹਦੇ ਦੇਖਣ ਵਾਸਤੇ ਕਿ ਅਲਟੀਮੇਟਲੀ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਇਹ ਲੋਕਾਂ ਦੀ ਜਿਹੜੀ ਹੈਗੀ ਸਾਰੇ ਸਾਡੀ ਵੀ ਤੁਹਾਡੀ ਵੀ ਸਾਰਿਆਂ ਦੀ ਜਿਹੜੀ ਹੈਗੀ ਇੱਕੋ ਇੱਛਾ ਹੈਗੀ ਹੈ ਕਿ ਏਡਾ ਵੱਡਾ ਜਿਹੜਾ ਗੁਨਾਹ ਕੀਤਾ ਹੈਗਾ ਉਹ ਗੁਨਾਹਗਾਰ ਕਿਸੇ ਵੀ ਤਰ੍ਹਾਂ ਬਚਣੇ ਨਹੀਂ ਚਾਹੀਦੇ। ਤੁਸੀਂ ਦੱਸੋ ਐਡਾ ਮਹੱਤਵਪੂਰਨ ਮਾਮਲਾ ਹੋਵੇ ਔਰ ਉਸ ਨੂੰ ਡਿਫੈਂਡ ਵੀ ਨਾ ਕਰ ਸਕਣ। ਅਤੁਲ ਨੰਦਾ ਦੀ ਜਿਹੜੀ ਟੀਮ ਹੈਗੀ ਹੈ, ਜਿਸ ਤਰੀਕੇ ਨਾਲ ਇਹ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਵੱਡੇ ਵੱਡੇ ਮੁੱਦੇ ਹੈਗੇ ਆ ਲਗਾਤਾਰ ਉਹ ਹਾਰ ਰਹੀ ਹੈ ਤੇ ਸਾਨੂੰ ਤਾਂ ਉਹਨਾਂ ਦੀ ਕਾਬਲੀਅਤ ਦੇ ਉੱਤੇ ਵੀ ਸ਼ੱਕ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਕੁੰਵਰ ਵਿਜੇ ਪ੍ਰਤਾਪ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਤੇ ਸਵਾਲ ਚੱਕਦਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਬਾਇਸਡ ਅਫਸਰ ਹੈ, ਇਹ ਕੋਈ ਫੇਅਰ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ। ਕਿ ਜਿੰਨੀ ਲੰਬੀ ਜਾਂਚ ਹੋਏਗੀ, ਜਿੰਨੀਆਂ ਸਿੱਟ ਬਾਰ-ਬਾਰ ਬਣਨਗੀਆਂ, ਕੋਈ ਜਦੋਂ ਸਿੱਟ ਬਣਦੀ ਹੈ, ਜਦੋਂ ਕੋਈ ਕਮਿਸ਼ਨ ਬਣਦਾ, ਹਰ ਇੱਕ ਦਾ ਸੋਚਣ ਦਾ ਨਜ਼ਰੀਆ ਔਰ ਦੇਖਣ ਦਾ ਨਜ਼ਰੀਆ ਵੱਖਰਾ ਹੋਏਗਾ ਤੇ ਇਹਦਾ ਬੈਨੀਫਿਟ ਆਫ ਡਾਊਟ ਹਮੇਸ਼ਾ ਜਿਹੜਾ ਕਲਪ੍ਰਿਟ ਹੁੰਦਾ ਉਸ ਨੂੰ ਮਿਲੇਗਾ। ਅਲਟੀਮੇਟਲੀ ਅਸੀਂ ਅੱਜ ਵੀ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕੁਝ ਵੀ ਨਿਕਲਣ ਵਾਲਾ ਨਹੀਂ ਹੈ, ਕੁਝ ਵੀ ਇਨਸਾਫ ਨਹੀਂ ਮਿਲੇਗਾ। ਆਮ ਆਦਮੀ ਪਾਰਟੀ ਦੀ ਗੱਲ ਤੇ ਤਾਂ ਮੈਨੂੰ ਉਹ ਤੋਂ ਵੀ ਜ਼ਿਆਦਾ ਹਾਸੀ ਆਉਂਦੀ ਹੈ। ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਨੇ, ਕਿੰਨੀ ਹਾਸੀ ਵਾਲੀ ਗੱਲ ਹੈ। ਅਗਰ ਕਾਂਗਰਸ ਤੇ ਅਕਾਲੀ ਮਿਲੇ ਹੋਣ ਤਾਂ ਜਿਹੜਾ ਅਫਸਰ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਘਾਣ ਕਰ ਰਿਹਾ ਹੈ ਉਹਨੂੰ ਹਾਈ ਕੋਰਟ ਨਾ ਹਟਾਉਂਦੀ, ਉਹਨੂੰ ਹਾਈ ਕੋਰਟ ਨਾ ਟਿੱਪਣੀ ਕਰਦੀ, ਅਮਰਿੰਦਰ ਸਿੰਘ ਹੀ ਹਟਾ ਦਿੰਦੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜੁੜੇ ਗੋਲੀकांड ਦੀਆਂ ਘਟਨਾਵਾਂ ਦੀ ਜਿਹੜੀ ਵਿਸ਼ੇਸ਼ ਜਾਂਚ ਸਿੱਟ ਵੱਲੋਂ ਜਿਹੜੀ ਦਿੱਤੀ ਗਈ ਰਿਪੋਰਟ ਉਸ ਨੂੰ ਰੱਦ ਕਰ ਦਿੱਤਾ ਗਿਆ। ਇਸ ਨਾਲ ਬਹੁਤ ਵੱਡੇ ਸਵਾਲ ਜਿਹੜੇ ਪੰਜਾਬ ਦੇ ਰਾਜਸੀ ਤੇ ਧਾਰਮਿਕ ਹਲਕਿਆਂ 'ਚ ਉੱਠ ਖੜੇ ਹੋਏ ਹੈ। ਇੱਕ ਬਹਿਸ ਛਿੜ ਪਈ ਹੈ ਕਿ ਵੀ ਇੰਨਾ ਹੀ ਨਹੀਂ, ਇਸ ਮੁੱਦੇ ਨੂੰ ਲੈ ਕੇ ਸਾਰੀਆਂ ਧਿਰਾਂ ਆਪਣੋ ਆਪਣੀ ਇੱਕ ਦੂਜੇ ਨੂੰ ਕਟਹਿਰੇ 'ਚ ਖੜੇ ਕਰ ਰਹੀਆਂ। ਕੈਪਟਨ ਅਮਰਿੰਦਰ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਅਸੀਂ ਸੁਪਰੀਮ ਕੋਰਟ ਦੇ 'ਚ ਚੁਣੌਤੀ ਦੇਵਾਂਗੇ। ਇਹ ਸੁਭਾਵਿਕ ਹੈ ਕਿ ਅਜੇ ਤੱਕ ਜਿਹੜੀ ਹੈਗੀ ਜਾਂਚ ਰਿਪੋਰਟ ਹੈ ਜਿਹੜੀ ਉਸ ਨੂੰ ਰੱਦ ਕਿਉਂ ਕੀਤਾ ਗਿਆ। ਅਦਾਲਤੀ ਪੱਖ ਜਿਹੜਾ ਅਗਰ ਕੋਰਟ ਦੇ ਸਾਹਮਣੇ ਨਹੀਂ ਆਇਆ, ਪਰ ਮੀਡੀਆ ਦੇ ਰਾਹੀਂ ਜਿਹੜੀਆਂ ਰਿਪੋਰਟਸ ਹੈਗੀਆਂ ਉਹਦੇ ਉੱਤੇ ਜਿਹੜੇ ਕਿੰਤੂ ਪਰੰਤੂ ਆ ਸਾਡੇ ਸਾਹਮਣੇ ਆ ਰਹੇ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਉਸ ਨੇ ਖਾਸ ਤੌਰ ਤੇ ਗੱਲ ਕਹੀ ਹੈ ਕਿ ਜੋ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਇਆ ਉਸ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਤੇ ਬਾਦਲ ਜਿਹੜੇ ਹੈਗੇ ਆ ਆਪਸ ਵਿੱਚ ਮਿਲੇ ਹੋਏ ਆ। ਜਿੱਥੋਂ ਤੱਕ ਸਵਾਲ ਹੈ ਅਕਾਲੀ ਦਲ ਦਾ ਕਹਿਣਾ ਹੈ ਕਿ ਗੱਲ ਸਪਸ਼ਟ ਹੋ ਗਈ ਹੈ ਇਸ ਫੈਸਲੇ ਦੇ ਨਾਲ ਕਿ ਕੈਪਟਨ ਅਮਰਿੰਦਰ ਦਾ ਮੰਤਵ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ ਸੀ, ਸਗੋਂ ਬਾਦਲ ਪਰਿਵਾਰ ਨੂੰ ਕਟਹਿਰੇ 'ਚ ਖੜਾ ਕਰਨਾ ਸੀ। ਖੈਰ, ਨਜ਼ਰੀਆ ਆਪੋ ਆਪਣਾ। ਇਸ ਮੁੱਦੇ ਤੇ ਮੇਰੇ ਨਾਲ ਚਰਚਾ ਜਿਹੜੇ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਹੈ। ਸਰਜੀਤ ਸਿੰਘ ਸਵੈਚ ਨੇ ਕਾਂਗਰਸ ਪਾਰਟੀ ਦੇ ਬੁਲਾਰੇ, ਆਮ ਆਦਮੀ ਦੇ ਪਾਰਟੀ ਦੇ ਬੁਲਾਰੇ ਨੇ ਨੀਲ ਗਰਗ ਜੀ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ। ਤਿੰਨੇ ਮਹਿਮਾਨਾਂ ਨੂੰ ਇਸ ਨਾਜ਼ੁਕ ਤੇ ਭਾਵੁਕ ਮੁੱਦੇ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਬਹੁਤ ਬਹੁਤ ਸ਼ੁਕਰੀਆ ਸਰ। ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੇ ਲਈ ਮੈਂ ਕਹਿੰਦਾ ਕਿ ਜਿਹੜੇ ਮਾਨਵਤਾ ਦੇ ਨਾਲ ਜੁੜੇ, ਮੈਂ ਤਾਂ ਉਹਨਾਂ ਦੀ ਗੱਲ ਵੀ ਕਰਾਂਗਾ। ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈਗਾ, ਜਦੋਂ ਆਪਾਂ ਗੱਲ ਕਰਦੇ ਹਾਂ ਇਸ ਮੁੱਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ
ਪ੍ਰੋਟੈਸਟ ਸ਼ੁਰੂ ਹੋਇਆ ਉਹਦੇ ਤੇ ਗੋਲੀकांड ਦੀ ਜਿਹੜੀਆਂ ਮਦਮਾਗੀਆਂ ਘਟਨਾਵਾਂ ਵਾਪਰੀਆਂ। ਮੰਦਭਾਗੀਆਂ ਘਟਨਾਵਾਂ ਬਾਅਦ ਜਿਹੜੀ ਕੈਪਟਨ ਅਮਰਿੰਦਰ ਦੀ ਜਿਹੜੀ ਸਿੱਟ ਜਿਹੜੀ ਹੈਗੀ ਜਾਂਚ ਜਿਹੜੀ ਖਾਸ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਤੇ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਕੇਵਲ ਰੱਦ ਹੀ ਨਹੀਂ ਕੀਤਾ ਬਲਕਿ ਉਹਦੇ ਜਿਹੜੇ ਅਹਿਮ ਮੈਂਬਰ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ, ਨਵੀਂ ਕੋਈ ਜਾਂਚ ਹੋਏ ਤਾਂ ਉਹਨੂੰ ਕਿਹਾ ਕਿ ਇਹਦੇ ਤੋਂ ਇਸ ਨੂੰ ਬਾਹਰ ਰੱਖੋ। ਇਹ ਜੋ ਕੁਝ ਵਾਪਰਿਆ ਹੈ ਸੁਹੇਜ ਜੀ, ਮੈਂ ਤੁਹਾਡਾ ਸਵਾਲ ਲੈਣ ਤੋਂ ਪਹਿਲਾਂ ਇਹ ਗੱਲ ਕਹਿ ਕੇ ਤੁਹਾਡੇ ਵੱਲ ਆ ਰਿਹਾ ਕਿ ਜਦੋਂ ਸੱਤਾ 'ਚ ਆਉਣਾ ਸੀ ਕੈਪਟਨ ਅਮਰਿੰਦਰ ਨੇ ਇੱਕੋ ਗੱਲ ਪੰਜਾਬੀਆਂ ਨੂੰ ਕਹੀ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗਾ। ਜੀ ਸੁਹੇਜ ਜੀ। ਦੇਖੋ, ਇੱਕ ਸੈਟਬੈਕ ਤਾਂ ਬਹੁਤ ਵੱਡੀ ਹੈਗੀ ਹੈ ਇਹ ਇਸ ਮਸਲੇ ਦੇ ਵਿੱਚ, ਬੇਅਦਬੀਆਂ ਦੇ ਮਾਮਲਿਆਂ ਦੇ ਵਿੱਚ, ਕਿਉਂਕਿ 2017 ਦੀਆਂ ਚੋਣਾਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਮੁੱਦਾ ਸੀ ਤੇ ਸਾਡਾ ਵਾਅਦਾ ਸੀ ਲੋਕਾਂ ਨਾਲ ਕਿ ਅਸੀਂ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜਿਹੜੇ ਦੋਸ਼ੀ ਨੇ, ਛੋਟੇ ਨੇ ਵੱਡੇ ਨੇ ਜੋ ਵੀ ਨੇ, ਉਹਨਾਂ ਨੂੰ ਅਸੀਂ ਜਿਹੜੀ ਹੈਗੀਆਂ ਤਫਤੀਸ਼ ਕਰਕੇ, ਨਿਰਪੱਖ ਤਫਤੀਸ਼ ਕਰਕੇ ਸਜ਼ਾਵਾਂ ਦਵਾਵਾਂਗੇ। ਤੇ ਉਸ ਪ੍ਰਕਿਰਿਆ ਦਾ ਜੋ ਵੀ ਦੇਖੋ ਲੰਮਾ ਚੌੜਾ ਹੈਗਾ, ਆਪਾਂ ਕਿਵੇਂ ਕਿੱਥੇ ਹੋਇਆ ਹੈ ਤੇ ਅਲਟੀਮੇਟਲੀ ਹੁਣ ਆਪਾਂ ਇਸ ਜਿਹੜਾ ਮੁਕਾਮ ਤੇ ਪਹੁੰਚ ਗਏ ਸੀ ਕਿ ਜਦੋਂ ਕਚਹਿਰੀ ਦੇ ਵਿੱਚ ਚਲਾਨ ਫਾਈਲ ਹੋ ਗਏ ਸੀਗੇ ਤੇ 4 ਚਲਾਨ ਫਾਈਲ ਹੋ ਗਏ ਤੇ 1-2 ਸਪਲੀਮੈਂਟਰੀ ਹੋਰ ਆਣੇ ਸੀ ਤੇ ਹੁਣ ਜਿਹੜਾ ਹੈਗਾ ਉਹ ਸਜ਼ਾਵਾਂ ਹੋਣ ਵੱਲ ਜਿਹੜਾ ਹੈਗਾ ਕਾਫੀ ਜਿਹੜੇ ਆਪਾਂ ਕਦਮ ਜਿਹੜੇ ਵੱਧ ਚੁੱਕੇ ਸੀ ਤੇ ਨੇੜੇ ਆਪਾਂ ਜਿਹੜੇ ਹੈਗੇ ਫਾਈਨਲ ਸਟੇਜ ਤੇ ਪਹੁੰਚਣ ਦੇ ਨੇੜੇ ਪਹੁੰਚ ਗਏ ਸੀਗੇ। ਤੇ ਇਸ ਜਿਹੜਾ ਫੈਸਲਾ ਆਇਆ, ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ, ਇਹਦੇ ਨਾਲ ਸੈਟਬੈਕ ਤਾਂ ਬਹੁਤ ਵੱਡੀ ਲੱਗੀ ਹੈ। ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਹੈ ਜਿੱਥੇ ਹੈਗੀ ਹੈ ਉੱਥੇ ਰੁਕ ਗਈ ਹੈਗੀ ਹੈ ਤੇ ਇਸੇ ਕਰਕੇ ਜਿਹੜਾ ਹੈਗਾ ਆਪਾਂ ਨੂੰ ਮਾਨਯੋਗ ਹਾਈ ਕੋਰਟ ਦਾ ਦੇਖੋ ਬਰੀਕੀ ਨਾਲ ਤਾਂ ਅਜੇ ਫੈਸਲੇ ਦੀ ਕਾਪੀ ਮੇਰੇ ਕੋਲ ਤਾਂ ਜੇ ਆਈ ਨਹੀਂ, ਜੇ ਬਾਕੀ ਮੇਰੇ ਬੁਲਾਰਿਆਂ ਕੋਲ ਤੁਹਾਡੇ ਕੋਲ ਆਈ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ। ਕਾਪੀ ਅਜੇ ਕਿਸੇ ਕੋਲੇ ਵੀ ਨਹੀਂ ਆਈ, ਪਰ ਮੀਡੀਆ ਜਿਹੜੀਆਂ ਰਿਪੋਰਟਸ ਆਈਆਂ ਆਪਾਂ ਉਸ ਨੂੰ ਲੈ ਕੇ, ਕਿਉਂਕਿ ਕਿਤੇ ਨਾ ਕਿਤੇ ਰਿਪੋਰਟਸ ਨੂੰ ਜਿਹੜੀ ਪੁਸ਼ਟੀ ਕਰਦੀ ਹੈ ਕੈਪਟਨ ਅਮਰਿੰਦਰ ਦੀ ਸਰਕਾਰ। ਜੀ ਸੁਹੇਜ ਜੀ। ਹਾਂ, ਜਿੰਨੀਆਂ ਕੁ ਰਿਪੋਰਟਾਂ ਜਿਹੜੀਆਂ ਮੀਡੀਆ ਛਪੀਆਂ ਨੇ ਜਾਂ ਜਿਹੜੇ ਲੋਕ ਕੁਝ ਕਹਿੰਦੇ ਨੇ ਕਿ ਅਸੀਂ ਜਦੋਂ ਫੈਸਲਾ ਸੁਣਾਇਆ ਗਿਆ ਕੋਰਟ 'ਚ ਹਾਜ਼ਰ ਸੀ, ਇਹ ਤਾਂ ਉਹਨਾਂ ਨੂੰ ਪਤਾ ਹਾਜ਼ਰ ਸੀ ਜਾਂ ਨਹੀਂ ਸੀ, ਲੇਕਿਨ ਜੋ ਮੀਡੀਆ ਰਿਪੋਰਟਸ ਆਈਆਂ ਨੇ ਉਹਦੇ ਮੁਤਾਬਕ ਤਾਂ ਜਿਹੜੀ ਟਿੱਪਣੀ ਇਸ ਵੇਲੇ ਮੈਂ ਇੰਨੀ ਕਰ ਸਕਦਾ ਹਾਂ ਕਿ ਸੈਟਬੈਕ ਹੈਗੀ ਹੈ। ਫੈਸਲਾ ਜਿਹੜਾ ਸੁਣਾਇਆ ਗਿਆ ਉਹਦੇ ਖਿਲਾਫ ਅਸੀਂ ਦੇਖੋ ਆਪਣੀ ਜਿਹੜੀ ਕਾਨੂੰਨੀ ਚਾਰਾਜੋਈ ਹੈਗੀ ਹੈ ਉਹ ਸਾਨੂੰ ਹੱਕ ਹੈਗਾ, ਪੰਜਾਬ ਸਰਕਾਰ ਨੂੰ ਹੱਕ ਹੈਗਾ ਕਾਨੂੰਨੀ ਚਾਰਾਜੋਈ ਕਰਨ ਦਾ, ਫੈਸਲੇ ਨੂੰ, ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ। ਸੁਪਰੀਮ ਕੋਰਟ ਜਾਂ ਜਿੱਥੇ ਵੀ ਇਹਦੀ ਜਿਹੜੀ ਕਾਨੂੰਨੀ ਅਪੀਲ ਬਣਦੀ ਹੈਗੀ ਹੈ ਉਹ ਕੀਤੀ ਜਾਊਗੀ ਤੇ ਕੋਸ਼ਿਸ਼ ਇਹ ਕੀਤੀ ਜਾਏਗੀ ਕਿ ਫੈਸਲੇ ਦੀ ਸਟੇ ਕਰਵਾਈ ਜਾਵੇ ਤੇ ਅਲਟੀਮੇਟਲੀ ਇਹਨੂੰ ਰੱਦ ਕਰਾਇਆ ਜਾਵੇ ਤਾਂ ਕਿ ਜਿਹੜੀ ਤਫਤੀਸ਼ ਫਾਈਨਲ ਹੋ ਚੁੱਕੀ ਆ ਉਹਨੂੰ ਅੱਗੇ ਜਿਹੜਾ ਹੈ ਕਚਹਿਰੀ ਦੇ ਵਿੱਚ ਟਰਾਇਲ ਕਰਾ ਕੇ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਜਾਣ। ਇਹ ਸਾਡਾ ਜਿਹੜਾ ਸਰਕਾਰ ਦਾ ਟੀਚਾ ਰਹੇਗਾ। ਲੇਕਿਨ ਇਸ ਵੇਲੇ ਜਿਹੜੀ ਹੈਗੀ ਇਸ ਸਟੇਜ ਦੇ ਅੱਜ ਦੀ ਤਰੀਕ ਦੇ ਵਿੱਚ ਇਹ ਇੱਕ ਝਟਕਾ ਜ਼ਰੂਰ ਹੈਗਾ, ਵੱਡੀ ਸੈਟਬੈਕ ਹੈਗੀ ਹੈ। ਇਹਨਾਂ ਮਾਮਲਿਆਂ ਦੇ ਵਿੱਚ ਲੋਕੀ ਬਹੁਤ ਜਿਹੜੇ ਹੈਗੇ ਇਨਸਾਫ ਹੈਗੇ ਉਤਾਵਲ ਇਹਦੇ ਦੇਖਣ ਵਾਸਤੇ ਕਿ ਅਲਟੀਮੇਟਲੀ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਇਹ ਲੋਕਾਂ ਦੀ ਜਿਹੜੀ ਹੈਗੀ ਸਾਰੇ, ਸਾਡੀ ਵੀ ਤੁਹਾਡੀ ਵੀ ਸਾਰਿਆਂ ਦੀ ਜਿਹੜੀ ਹੈਗੀ ਇੱਕੋ ਇੱਛਾ ਹੈਗੀ ਹੈ ਕਿ ਐਡਾ ਵੱਡਾ ਜਿਹੜਾ ਗੁਨਾਹ ਕੀਤਾ ਹੈਗਾ ਉਹ ਗੁਨਾਹਗਾਰ ਕਿਸੇ ਵੀ ਤਰ੍ਹਾਂ ਬਚਣੇ ਨਹੀਂ ਚਾਹੀਦੇ। ਜੀ ਸਰ ਜੀ, ਇੱਕ ਸਵਾਲ ਮੈਂ ਹੋਰ ਲੈਣਾ ਚਾਹੁੰਦਾ ਹਾਂ। ਤੁਸੀਂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਸਤਿਕਾਰਯੋਗ ਜਿਹੜਾ ਹੈਗਾ ਸੀਨੀਅਰ, ਤੁਸੀਂ ਆਪਣੇ ਪ੍ਰੋਫੈਸ਼ਨ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਹੈਗੇ ਮੈਂਬਰ ਵੀ ਹੈਗੇ ਹੋ। ਉਸ ਮੁੱਦੇ ਤੋਂ ਮੈਂ ਜਾਣਨਾ ਚਾਹੁੰਦਾ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਅਸੀਂ ਸੁਪਰੀਮ ਕੋਰਟ ਚੁਣੌਤੀ ਦੇਵਾਂਗੇ, ਬਿਲਕੁਲ ਠੀਕ ਹੈ, ਆਪਾਂ ਸਧਾਰਨ ਤੌਰ ਤੇ ਵੀ ਜਾਣਦੇ ਹਾਂ ਕਿ ਉਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਪਰ ਕੀ ਲੱਗਦਾ ਨਹੀਂ ਕਿ ਜਿਹੜਾ ਕੈਪਟਨ ਅਮਰਿੰਦਰ ਨੇ ਇੱਕ ਵਾਅਦਾ ਕੀਤਾ ਸੀਗਾ ਇਲੈਕਸ਼ਨ 'ਚ ਆਉਣ ਵੇਲੇ, ਉਹ ਬਹੁਤ ਵੱਡਾ ਸਾਰਾ ਮਾਮਲਾ ਪਿੱਛੇ ਪੈਂਦਾ ਨਜ਼ਰ ਆ ਰਿਹਾ, ਕਿਉਂਕਿ ਸੁਪਰੀਮ ਕੋਰਟ ਚੁਣੌਤੀ ਹੋਏਗੀ, ਲੰਬੀ ਪ੍ਰਕਿਰਿਆ, ਹੁਣ ਇੰਨੇ ਸਾਲਾਂ ਬਾਅਦ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਉਹ ਰੱਦ ਹੋ ਗਿਆ, ਹੁਣ ਨਵੇਂ ਸਿਰੇ ਤੋਂ ਫੇਰ ਪੌੜੀਆਂ ਸੁਪਰੀਮ ਕੋਰਟ ਦੀ ਚੜ੍ਹਨ ਦੀ ਗੱਲ ਹੈ। ਲੱਗਦਾ ਕਿ ਬਹੁਤ ਇੱਕ ਲੰਬਾ ਪ੍ਰੋਸੈਸ ਨਹੀਂ ਜਿਹਦੇ ਰਾਹ ਦੇ ਵਿੱਚ ਜਿਹੜਾ ਹੁਣ ਨੇੜੇ ਤੇੜੇ ਕੋਈ ਨਿਆਂ ਜਾਂ ਇਨਸਾਫ ਨਜ਼ਰ ਨਹੀਂ ਆ ਰਿਹਾ। ਜੀ ਸਵੈਜ ਜੀ। ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਇਹ ਲੰਬਾ ਜ਼ਰੂਰ ਹੋ ਰਿਹਾ ਹੈ, ਡਿਲੇ ਹੋ ਰਹੀ ਹੈਗੀ ਹੈ, ਲੇਕਿਨ ਜਿਹੜਾ ਕਾਨੂੰਨੀ ਸਾਡਾ ਢਾਂਚਾ ਹੈਗਾ, ਜੁਡੀਸ਼ੀਅਲ ਸਿਸਟਮ ਹੈਗਾ ਤੇ ਕਾਨੂੰਨ ਦੇ ਦੌ ਪੇਚ ਨੇ, ਇਹ ਕਾਨੂੰਨੀ ਜਾਲ ਦੇ ਵਿੱਚ ਜਿਹੜਾ ਮੁਕੱਦਮਾ ਇੱਦਾਂ ਫਸ ਜਾਣਾ, ਉਹਦੇ ਨਾਲ ਦੇਰ ਤਾਂ ਹੁੰਦੀ ਹੈਗੀ ਹੈ, ਨੁਕਸਾਨ ਬਹੁਤ ਹੋ ਜਾਂਦਾ ਹੈ, ਕਈ ਸਾਲ ਨਿਕਲ ਜਾਂਦੇ ਨੇ। ਇਹ ਤਾਂ ਗੱਲ ਦੇਖੋ ਹੈਗੀ ਹੈ, ਲੇਕਿਨ ਇਸ ਤੋਂ ਹੁਣ ਬਚਿਆ ਵੀ ਨਹੀਂ ਜਾ ਸਕਦਾ। ਆਪਾਂ ਕਿਵੇਂ ਬਚ ਸਕਦੇ ਹਾਂ ਜਦੋਂ ਮਤਲਬ ਇਦਾਂ ਦੀ ਜਿਹੜੀਆਂ ਟੈਕਨੀਕੈਲਿਟੀਜ਼ ਵਿੱਚ ਕਈ ਮਤਲਬ ਮਾਨਯੋਗ ਹਾਈ ਕੋਰਟ ਕੀਤੀਆਂ ਜਾਂ ਉਹ ਹੁਣ ਠੀਕ ਦੇਖੀਆਂ ਨੇ ਜਾਂ ਗਲਤ ਦੇਖੀਆਂ ਨੇ,
ਕਿਉਂਕਿ ਇੱਕ ਫੈਸਲੇ ਨੂੰ ਚੁਣੌਤੀ ਦੇਣ ਦਾ ਤਾਂ ਤੁਹਾਡਾ ਹੱਕ ਹੈਗਾ। ਅਸੀਂ ਮਾਨਯੋਗ ਸੁਪਰੀਮ ਕੋਰਟ ਅੱਗੇ ਜਾਂ ਸੁਪਰੀਮ ਕੋਰਟ ਕਹਿ ਸਕਦੇ ਹਾਂ ਕਿ ਠੀਕ ਨਹੀਂ ਹੈ ਜੀ। ਬਿਲਕੁਲ ਠੀਕ ਜਿਹੜਾ ਹੈਗਾ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਨੀਲ ਗਰਗ ਜੀ, ਆਮ ਆਦਮੀ ਪਾਰਟੀ ਨੇ ਬਹੁਤ ਖੁੱਲ੍ਹ ਕੇ ਗੱਲ ਕਹੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਮਾਮਲਾ ਸਾਹਮਣੇ ਆਇਆ ਹੈ, ਵਿਸ਼ੇਸ਼ ਜਾਂਚ ਰਿਪੋਰਟ ਜਿਹੜੀ ਰੱਦ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਦੀ ਕਮੇਟੀ ਵਾਲੀ ਨੂੰ, ਉਹਦੇ ਜਿਹੜੀ ਵੱਡਾ ਇੱਕ ਚੈਲੰਜ ਦਿੱਤਾ ਜਾ ਰਿਹਾ, ਉਹ ਕਹਿ ਰਿਹਾ ਹੈ ਕਿ ਇਸ ਤੋਂ ਸਾਫ਼ ਹੋ ਗਿਆ ਕਿ ਕੈਪਟਨ ਅਮਰਿੰਦਰ ਤੇ ਇਸ ਤਰ੍ਹਾਂ ਜਿਹੜੇ ਬਾਦਲ ਹੈ ਆਪਸ ਵਿੱਚ ਮਿਲੇ ਹੋਏ ਆ, ਕੇਸ ਨੂੰ ਉਸ ਨਾਲ ਨਹੀਂ ਲੜਿਆ ਗਿਆ, ਜਿਸ ਦਾ ਨਤੀਜਾ ਅਸੀਂ ਸਾਰੇ ਭੁਗਤ ਰਹੇ ਹਾਂ, ਜਿੱਦਾਂ ਸਵੈਜ ਜੀ ਵੀ ਕਹਿ ਰਹੇ। ਸਿੱਧੂ ਸਾਹਿਬ, ਇਹ ਗੱਲ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਇਹ ਕਹਿੰਦੇ ਆ ਰਹੇ ਹੈਗੇ ਆ। ਤੁਸੀਂ ਦੇਖੋਗੇ ਚਾਹੇ 1984 ਦਾ ਸਿੱਖ ਕਤਲੇਆਮ ਹੋਵੇ, ਉਸ ਦੇ ਵਿੱਚ ਵੀ ਅੱਜ ਤੱਕ ਪੂਰਨ ਜਿਹੜਾ ਹੈਗਾ ਇਨਸਾਫ ਨਹੀਂ ਮਿਲਿਆ, ਉਸ ਨੂੰ ਅੱਜ 37 ਸਾਲ ਹੋ ਗਏ ਆ। ਇਸੇ ਤਰ੍ਹਾਂ ਬਰਗਾੜੀ ਦਾ ਬੇਅਦਬੀ ਕਾਂਡ ਸੀ, ਉਹਨੂੰ ਵੀ 6 ਸਾਲ ਹੋਣ ਲੱਗੇ ਹੈਗੇ ਆ। ਇਹਨਾਂ 6 ਸਾਲਾਂ ਦੇ ਵਿੱਚ 4 ਸਿੱਟ ਬਣ ਗਈਆਂ, 2 ਕਮਿਸ਼ਨ ਬਣ ਗਏ, CBI ਦੀ ਜਾਂਚ ਹੋ ਗਈ, ਪਤਨਾਲਾ ਉੱਥੇ ਦੀ ਉੱਥੇ ਹੈਗਾ, ਉਸ ਦੇ ਵਿੱਚ ਵੀ ਉਹ ਕਿਸੇ ਤਨ ਪੱਤਨ ਲੱਗਦੀ ਹੋਈ ਨਜ਼ਰ ਨਹੀਂ ਆਉਂਦੀ। ਇਹ ਤਾਂ ਸਿਰਫ ਇਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਲੋਕਾਂ ਦੇ ਵੀ, ਇਹਨਾਂ ਪਾਰਟੀਆਂ ਦੇ ਵੀ ਇਹ ਜਿਹੜੇ ਮੁੱਦੇ ਹੈਗੇ ਆ, ਇੱਕ ਸਿਰਫ ਰਾਜਨੀਤਿਕ ਜਾਂ ਚੋਣਾਂ ਦੇ ਮੁੱਦੇ ਹੋ ਕੇ ਰਹਿ ਗਏ ਹੈਗੇ ਆ। ਹੁਣ ਤੁਸੀਂ ਜਦੋਂ ਅਸੀਂ ਕੱਲ ਇੱਕ ਬਿਆਨ ਵੀ ਜਾਰੀ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ, ਉਸ ਦੇ ਵਿੱਚ ਵੀ ਅਸੀਂ ਬੜਾ ਕਲੀਅਰ ਕੱਟ ਆਖਿਆ ਸੀ ਕਿ ਇਹ ਜਿਹੜਾ ਫੈਸਲਾ ਹੈਗਾ, ਇਹ ਕੋਰਟ ਦਾ ਫੈਸਲਾ ਘੱਟ ਲੱਗਦਾ ਹੈਗਾ, ਇਹ ਮਿਲੀ ਭੁਗਤ ਦਾ ਜਿਹੜਾ ਫੈਸਲਾ ਹੈਗਾ ਕੈਪਟਨ ਤੇ ਬਾਦਲ ਦਾ, ਉਹ ਜ਼ਿਆਦਾ ਲੱਗਦਾ ਹੈਗਾ। ਜਦੋਂ ਅਸੀਂ ਇਹ ਗੱਲ ਕਹਿੰਦੇ ਆ, ਉਹਦੇ ਪਿੱਛੇ ਸਾਡਾ ਤਰਕ ਵੀ ਹੈਗਾ, ਕਿਉਂਕਿ ਸਰਕਾਰ ਨੂੰ ਡਿਫੈਂਡ ਕਰਨਾ ਹੁੰਦਾ ਹੈਗਾ AG ਨੇ, ਜਿਹੜੀ ਕਿ ਐਡਵੋਕੇਟ ਜਨਰਲ ਨੇ ਅਤੁਲ ਨੰਦਾ ਨੇ, 150 ਵਕੀਲਾਂ ਦੀ ਉਹਨਾਂ ਕੋਲ ਟੀਮ ਹੈਗੀ ਹੈ। ਤੁਸੀਂ ਦੱਸੋ, ਐਡਾ ਮਹੱਤਵਪੂਰਨ ਮਾਮਲਾ ਹੋਵੇ ਔਰ ਉਸ ਨੂੰ ਡਿਫੈਂਡ ਵੀ ਨਾ ਕਰ ਸਕਣ। ਅਤੁਲ ਨੰਦਾ ਦੀ ਜਿਹੜੀ ਟੀਮ ਹੈਗੀ ਹੈ, ਜਿਸ ਤਰੀਕੇ ਨਾਲ ਇਹ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਵੱਡੇ ਵੱਡੇ ਮੁੱਦੇ ਹੈਗੇ ਆ, ਲਗਾਤਾਰ ਉਹ ਹਾਰ ਰਹੀ ਹੈ, ਤੇ ਸਾਨੂੰ ਤਾਂ ਉਹਨਾਂ ਦੀ ਕਾਬਲੀਅਤ ਦੇ ਉੱਤੇ ਵੀ ਸ਼ੱਕ ਆਉਂਦਾ ਹੈ, ਤੇ ਜਾਂ ਫਿਰ ਦੂਸਰਾ ਇਹ ਆਉਂਦਾ ਵੀ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜਾਣਬੁੱਝ ਕੇ ਜਿਹੜੇ ਆ ਉਹ ਕੇਸ ਹਾਰੇ ਜਾਂਦੇ ਆ। ਦੋਨੇ ਮੇਰੇ ਜਿਹੜੇ ਸਾਥੀ ਨੇ ਵਕੀਲ ਨੇ ਪ੍ਰੋਫੈਸ਼ਨ ਦੇ ਮਾਮਲੇ ਦੇ ਵਿੱਚ, ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈਗਾ ਕਿ ਜਿੰਨੀ ਲੰਬੀ ਜਾਂਚ ਹੋਏਗੀ, ਜਿੰਨੀਆਂ ਸਿੱਟ ਬਾਰ-ਬਾਰ ਬਣਨਗੀਆਂ, ਕੋਈ ਜਦੋਂ ਸਿੱਟ ਬਣਦੀ ਹੈ, ਜਦੋਂ ਕੋਈ ਕਮਿਸ਼ਨ ਬਣਦਾ, ਹਰ ਇੱਕ ਦਾ ਸੋਚਣ ਦਾ ਨਜ਼ਰੀਆ ਔਰ ਦੇਖਣ ਦਾ ਨਜ਼ਰੀਆ ਵੱਖਰਾ ਹੋਏਗਾ, ਤੇ ਇਹਦਾ ਬੈਨੀਫਿਟ ਆਫ ਡਾਊਟ ਹਮੇਸ਼ਾ ਜਿਹੜਾ ਕਲਪ੍ਰਿਟ ਹੁੰਦਾ ਉਸ ਨੂੰ ਮਿਲੇਗਾ। ਅਲਟੀਮੇਟਲੀ ਅਸੀਂ ਅੱਜ ਵੀ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਕੁਝ ਵੀ ਨਿਕਲਣ ਵਾਲਾ ਨਹੀਂ ਹੈ, ਕੁਝ ਵੀ ਇਨਸਾਫ ਨਹੀਂ ਮਿਲੇਗਾ ਜਿਸ ਤਰੀਕੇ ਨਾਲ ਇਹ ਚੱਲ ਰਿਹਾ। ਤੁਹਾਨੂੰ ਯਾਦ ਹੋਏਗਾ 1986 ਦੇ ਵਿੱਚ ਨਕੋਦਰ ਦੇ ਵਿੱਚ ਵੀ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਦੋਂ 4 ਜਿਹੜੇ ਸਰੂਪ ਸੀ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ ਸੀ, 2 ਸਿੱਟ ਬਣੀਆਂ, ਅੱਜ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ ਤੇ ਕੈਪਟਨ ਸਾਹਿਬ ਉਸ ਦੇ ਮੈਂਬਰ ਸੀ ਉਸ ਸਰਕਾਰ ਦੇ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦਾ ਪੁਰਾਣਾ ਤਜਰਬਾ ਹੈਗਾ। 2016 ਦੇ ਵਿੱਚ ਜਿਸ ਤਰੀਕੇ ਨਾਲ, ਕਿਉਂਕਿ ਬਾਦਲ ਸਾਹਿਬ ਨੂੰ ਪਤਾ ਸੀ ਉਹਨਾਂ ਦੀ ਸਰਕਾਰ ਜਾ ਰਹੀ ਹੈ, ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਰਹੀ ਹੈ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਮਦਦ ਕੀਤੀ ਕੈਪਟਨ ਸਾਹਿਬ ਦੀ, ਉਹਨਾਂ ਸਾਰੇ ਕੇਸ ਵਾਪਸ ਲੈ ਕੇ ਔਰ ਕਲੋਜ਼ਰ ਰਿਪੋਰਟ ਪੇਸ਼ ਕਰਕੇ, ਉਸੇ ਤਰ੍ਹਾਂ ਦਾ ਹੀ ਮਾਮਲਾ ਸਾਨੂੰ ਇਹ ਨਜ਼ਰ ਆਉਂਦਾ ਹੈਗਾ। ਕਿਉਂਕਿ ਹੁਣ ਨਾ ਕੈਪਟਨ ਸਾਹਿਬ ਦੀ ਸਰਕਾਰ ਰਿਪੀਟ ਹੁੰਦੀ ਨਜ਼ਰ ਆਉਂਦੀ ਹੈ, ਤੇ ਬਾਦਲ ਸਾਹਿਬ ਦਾ ਪੁਰਾਣਾ ਕਰਜ਼ਾ ਇਹਨਾਂ ਨੇ ਉਤਾਰਨਾ ਸੀ, ਇਸ ਕਰਕੇ ਇਸ ਭੰਬਲ ਭੁੱਸੇ ਦੀ ਸਥਿਤੀ ਨੂੰ ਪੈਦਾ ਕੀਤਾ ਜਾ ਰਿਹਾ ਹੈਗਾ। ਜੇ ਸੁਪਰੀਮ ਕੋਰਟ ਕਿਉਂ ਜਾਣਾ ਹੈਗਾ, ਡਬਲ ਬੈਂਚ 'ਚ ਕਿਉਂ ਨਹੀਂ ਜਾ ਸਕਦੇ ਹੈਗੇ? ਸੋ ਮੇਰਾ ਕਹਿਣ ਦਾ ਮਤਲਬ ਹੈ, ਜਾਣਬੁੱਝ ਕੇ ਮਾਮਲੇ ਨੂੰ ਇਹ ਲਟਕਾਇਆ ਜਾ ਰਿਹਾ ਹੈਗਾ, ਜਦ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 2 ਕਮਿਸ਼ਨ ਬਣ ਚੁੱਕੇ ਹੈ। ਜੋਰਾ ਸਿੰਘ ਕਮਿਸ਼ਨ, ਜਸਟਿਸ ਜੋਰਾ ਸਿੰਘ ਕਮਿਸ਼ਨ ਬਣ ਚੁੱਕਿਆ, ਰਣਜੀਤ ਸਿੰਘ ਕਮਿਸ਼ਨ ਬਣ ਚੁੱਕੇ ਹੈ, 4 ਸਿੱਟ ਬਣ ਚੁੱਕੀ ਹੈ, CBI ਬਣ ਚੁੱਕੀ ਹੈ। ਔਰ ਸਾਰਿਆਂ ਤੋਂ ਜਿਹੜੀ ਇੱਕ ਆਖਰੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਇੱਕ ਪੰਥਕ ਸਰਕਾਰ ਹੋਵੇ, ਪੰਥਕ ਸਰਕਾਰ ਦੇ ਹੁੰਦਿਆਂ ਐਡੀ ਵੱਡੀ ਕਾਰਵਾਈ ਕਿਵੇਂ ਹੋਗੀ? ਸਭ ਤੋਂ ਪਹਿਲਾਂ ਜੂਨ 2015 ਨੂੰ ਬੁਰਜ ਜਵਾਰਕੇ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ। ਫਿਰ 24 ਸਤੰਬਰ ਨੂੰ ਬਰਗਾੜੀ ਦੇ ਵਿੱਚ ਉਹਦੇ ਅੰਗ ਫਾੜ ਕੇ ਖਿਲਾ ਦਿੱਤੇ ਜਾਂਦੇ ਆ। ਫਿਰ ਅਕਤੂਬਰ ਮਹੀਨੇ ਦੇ ਵਿੱਚ ਜਿਹੜਾ ਹੈਗਾ ਇਤਰਾਜ਼ਯੋਗ ਪੋਸਟਰ ਲੱਗ ਜਾਂਦੇ ਹੈਗੇ ਆ। ਔਰ ਉਸ ਤੋਂ ਬਾਅਦ ਜਦੋਂ ਸਿੱਖ ਸੰਗਤ ਜਿਹੜੀ ਹੈਗੀ ਇਨਸਾਫ ਲੈਣ ਲਈ ਬਾਈਬਲ ਕਲਾ ਔਰ ਦੂਸਰਾ ਹੈਗਾ ਕੋਟਕਪੂਰਾ ਦੇ ਵਿੱਚ ਵਾਹਿਗੁਰੂ ਦਾ ਜਾਨੀ ਕਿ ਜਾਪ ਕਰਦੇ ਆ, ਉੱਥੇ ਇਨਸਾਫ ਨਹੀਂ, ਉੱਥੇ ਗੋਲੀਆਂ ਚੱਲ ਜਾਂਦੀਆਂ। ਜੀ ਉਹ ਸਾਹਮਣੇ ਆ ਗਈ ਜ਼ਰੂਰ ਹੈਗਾ ਸਰ, ਇੱਕ ਮਿੰਟ, ਬਿਲਕੁਲ ਹੈਗਾ ਕਿ ਇੱਕ ਸਾਹਮਣੇ ਆਏ ਵੇ ਸਰਕਾਰ ਹੋਵੇ ਕਿ ਉਹਨੇ ਜਮਾਂ ਹੀ ਇਹਨਾਂ ਨੂੰ ਗੌਰ ਨਹੀਂ ਫਰਮਾਇਆ ਵੀ ਐਡਾ ਵੱਡਾ ਇਸ਼ੂ ਹੈ। ਮੈਂ ਇਸ ਮੁੱਦੇ ਤੇ ਆ ਰਿਹਾ, ਮਿਹਰਬਾਨੀ ਜੀ ਗਰਗ ਸਾਹਿਬ, ਮਿਹਰਬਾਨੀ। ਕਲੇਰ ਸਾਹਿਬ ਤੁਸੀਂ ਕਮੈਂਟ ਸੁਣੇ ਹੀ ਆ, ਗਰਗ ਸਾਹਿਬ ਦੇ ਵੀ। ਇਸ ਤੋਂ ਪਹਿਲਾਂ ਸਵੈਜ ਜੀ ਵੀ ਬੋਲੇ ਹੈ। ਸਮੁੱਚੇ ਪੰਜਾਬੀਆਂ ਲਈ, ਦੁਨੀਆ ਭਰ ਜਿਹੜੇ ਬੈਠੇ ਪੰਜਾਬੀ ਲਈ ਬਹੁਤ ਵੱਡਾ ਮਾਮਲਾ ਤਾਂ ਹਾਈ ਹੈ, ਪਰ ਅਕਾਲੀ ਦਲ ਦਾ ਸਟੈਂਡ ਹੈਗਾ ਹੈ ਕਿ ਇਹਦੇ ਨਾਲ ਕੈਪਟਨ ਅਮਰਿੰਦਰ ਦੀ ਗੱਲ ਸਾਹਮਣੇ ਆ ਗਈ ਹੈ ਕਿ ਬਾਦਲਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ ਸੀ, ਪਰ ਆਪ ਵਾਲੇ ਕਹਿ ਰਹੇ ਕਿ ਬਾਦਲ ਤੇ ਅਮਰਿੰਦਰ ਜਿਹੜੇ ਇੱਕ ਦੂਜੇ ਨਾਲ ਮਿਲੇ ਹੈ, ਇਸ ਫੈਸਲੇ ਨਾਲ ਇਹ ਸਾਹਮਣੇ ਆ ਗਈ ਹੈ। ਬਹੁਤ ਵੱਡਾ ਮੁੱਦਾ ਹੈ। ਇਸ ਮੁੱਦੇ ਤੇ ਤੁਸੀਂ ਆਪ ਇੱਕ ਕੇਵਲ ਬੁਲਾਰੇ ਨਹੀਂ ਹੈ, ਸਗੋਂ ਸਿੱਧੇ ਤੌਰ ਤੇ ਨਿਆਂ ਪ੍ਰਣਾਲੀ ਨਾਲ ਵੀ ਜੁੜੇ ਹੋਏ ਹੋ, ਐਡਵੋਕੇਟ ਹੋ, ਸੀਨੀਅਰ ਐਡਵੋਕੇਟ ਹੋ। ਮੁੱਦੇ ਤੇ ਕੀ ਕਹੋਗੇ?
ਜਗਤਾਰ ਜੀ ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਇਹ ਸਾਡੇ ਲਈ, ਸਾਰੇ ਪੰਜਾਬੀਆਂ ਲਈ, ਸਿੱਖਾਂ ਲਈ ਇਹ ਬਹੁਤ ਇੱਕ ਇੰਪੋਰਟੈਂਟ ਇਸ਼ੂ ਹੈ ਜਿਹੜੀ ਬੇਅਦਬੀ ਹੋਈ ਹੈ। ਔਰ ਸਭ ਤੋਂ ਜ਼ਿਆਦਾ ਮੰਦਭਾਗੀ ਗੱਲ ਇਹ ਹੈਗੀ ਹੈ ਕਿ ਜੋ ਬੇਅਦਬੀਆਂ ਦੇ ਉੱਤੇ ਸਿਆਸਤ ਹੋ ਰਹੀ ਹੈ ਔਰ ਲਗਾਤਾਰ, ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਨੇ ਇਸ ਮੁੱਦੇ ਨੂੰ ਸਿਆਸੀ ਤੌਰ ਤੇ ਵਰਤਿਆ ਔਰ ਅੱਜ ਤੱਕ ਵਰਤ ਰਹੀਆਂ ਨੇ। ਔਰ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨੋਂ ਕਹਿ ਰਿਹਾ ਕਿ ਇਹਦੇ ਅਸਲ ਦੋਸ਼ੀਆਂ ਨੂੰ ਫੜੋ, ਲੋਕਾਂ ਸਾਹਮਣੇ ਨੰਗਾ ਕਰੋ, ਸਿਆਸਤ ਕਰਨੀ ਬੰਦ ਕਰੋ। ਪਰ ਮੰਦਭਾਗੀ ਗੱਲ ਹੈ ਕਿ ਕਾਂਗਰਸ ਦੀ ਸਰਕਾਰ 4.5 ਸਾਲ, ਕਿਉਂਕਿ ਡਿਵੈਲਪਮੈਂਟ ਦੇ ਇਸ਼ੂ ਤੇ ਬਹੁਤ ਪਿੱਛੇ ਹੈ, ਇੰਪਲੋਇਮੈਂਟ ਦੇ ਇਸ਼ੂ ਤੇ ਬਹੁਤ ਪਿੱਛੇ ਹੈ, ਕਰਜ਼ਾ ਮਾਫੀ ਕਰ ਨਹੀਂ ਸਕੇ, ਇਹ ਸਾਰੀਆਂ ਚੀਜ਼ਾਂ ਨੂੰ ਕੱਲਾ ਬੇਅਦਬੀ ਦੀ ਆੜ ਦੇ ਵਿੱਚ ਲਿਆ ਕੇ 2022 ਲੜਨੀ ਚਾਹੁੰਦੇ ਹੈ। ਔਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕੁੰਵਰ ਵਿਜੇ ਪ੍ਰਤਾਪ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਤੇ ਸਵਾਲ ਚੱਕਦਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਬਾਇਸਡ ਅਫਸਰ ਹੈ, ਇਹ ਕੋਈ ਫੇਅਰ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ। ਪਰ ਉਦੋਂ ਤੱਕ ਸਾਨੂੰ ਲਗਾਤਾਰ ਕਾਂਗਰਸ ਦੇ ਬੁਲਾਰੇ ਔਰ ਆਮ ਆਦਮੀ ਪਾਰਟੀ ਦੇ ਬੁਲਾਰੇ ਕਹਿੰਦੇ ਰਹੇ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਡਰਦਾ। ਔਰ ਅੱਜ ਉਹ ਗੱਲਾਂ ਇੱਕ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਸੇਮ ਗੱਲਾਂ ਕਹਿੰਦੇ ਨੇ ਔਰ ਇਹ ਗੱਲ ਦੀ ਤਾਕੀਦ ਹੁੰਦੀ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਉਸ ਅਫਸਰ ਬਾਰੇ ਉਹ ਬਿਲਕੁਲ ਸਹੀ ਸੀਗਾ। ਔਰ ਅੱਜ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਜਾਂਚ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਔਰ ਉਹ ਬਿਲਕੁਲ ਵੀ ਇੱਕ ਬਿਲਕੁਲ ਇੱਕ ਫੇਅਰ ਇਨਵੈਸਟੀਗੇਸ਼ਨ ਉਹ ਨਹੀਂ ਕਰ ਰਹੇ ਔਰ ਉਹਨਾਂ ਨੂੰ ਸਿੱਟ ਚੋਂ ਬਦਲਿਆ ਜਾਣਾ ਚਾਹੀਦਾ। ਮੈਂ ਜਗਤਾਰ ਜੀ ਹੁਣ ਸਿੱਧੇ ਸਵਾਲ ਕਰਦਾ ਨਹੀਂ, ਮੈਂ ਇੱਕ ਗੱਲ ਅੱਗੇ ਕਹਿਣਾ ਹੈ। ਆਮ ਆਦਮੀ ਪਾਰਟੀ ਦੀ ਗੱਲ ਤੇ ਤਾਂ ਮੈਨੂੰ ਉਹ ਤੋਂ ਵੀ ਜ਼ਿਆਦਾ ਹਾਸੀ ਆਉਂਦੀ ਹੈ। ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਨੇ, ਕਿੰਨੀ ਹਾਸੀ ਵਾਲੀ ਗੱਲ ਹੈ। ਅਗਰ ਕਾਂਗਰਸ ਤੇ ਅਕਾਲੀ ਮਿਲੇ ਹੋਣ ਤਾਂ ਜਿਹੜਾ ਅਫਸਰ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਘਾਣ ਕਰ ਰਿਹਾ ਹੈ ਉਹਨੂੰ ਹਾਈ ਕੋਰਟ ਨਾ ਹਟਾਉਂਦੀ, ਉਹਨੂੰ ਹਾਈ ਕੋਰਟ ਨਾ ਟਿੱਪਣੀ ਕਰਦੀ, ਅਮਰਿੰਦਰ ਸਿੰਘ ਹੀ ਹਟਾ ਦਿੰਦੇ। ਪਰ ਕਿਉਂਕਿ ਅਮਰਿੰਦਰ ਸਿੰਘ ਨੇ ਲਗਾਤਾਰ, ਉਹਨਾਂ ਦਾ ਬਲੂ ਆਈਡ ਬॉय ਸੀ, ਉਹਨਾਂ ਦਾ ਇੱਕੋ ਮੰਤਵ ਸੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਤਲ ਕਰਨਾ, ਤਾਂ ਕਰਕੇ ਉਹਨੂੰ ਲਾ ਕੇ ਰੱਖਿਆ। ਪਰ ਮੈਂ ਤਾਂ ਕਹਿੰਦਾ ਕਿ ਸੱਚ ਨੇ ਸਾਹਮਣੇ ਆਉਣਾ, ਸੱਚ ਸਾਹਮਣੇ ਆ ਗਿਆ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਮਾਣਯੋਗ ਹਾਈ ਕੋਰਟ ਨੇ ਕਰਤਾ। ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਗਰਗ ਸਾਹਿਬ, ਸਵੇਜ ਜੀ ਵੀ ਇੰਤਜ਼ਾਰ ਕਰ ਰਹੇ ਆ, ਪਰ ਤੁਸੀਂ ਆਪਣਾ ਕੋਈ ਕਮੈਂਟ ਦੇਣਾ ਚਾਹੁੰਦੇ ਹੋ? ਗਰਗ ਜੀ ਆਪਣੀ ਗੱਲ ਕਰਿਓ ਪਲੀਜ਼। ਬਿਲਕੁਲ ਮੈਂ ਇੱਕ ਚੀਜ਼ ਫਿਰ ਸਪਸ਼ਟ ਕਰ ਦਿਆਂ, ਆਮ ਆਦਮੀ ਪਾਰਟੀ ਇਹ ਕਦੇ ਨਹੀਂ ਕਹਿੰਦੀ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਆ। ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਹੈ ਬਾਦਲ ਅਤੇ ਕੈਪਟਨ ਮਿਲੇ ਹੋਏ ਆ। ਅਸੀਂ ਇਸ ਗੱਲ ਨੂੰ ਫਿਰ ਕਹਿੰਦੇ ਆ। ਔਰ ਜਿੱਥੋਂ ਤੱਕ ਅਕਾਲੀ ਦਲ ਦਾ ਸੰਬੰਧ ਹੈਗਾ, ਅਕਾਲੀ ਦਲ ਨੇ ਆਪ ਜੋਰਾ ਸਿੰਘ ਕਮਿਸ਼ਨ ਬਣਾਇਆ, ਉਹ ਇਹਨਾਂ ਨੂੰ ਮਨਜ਼ੂਰ ਨਹੀਂ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਉਹ ਇਹਨਾਂ ਨੂੰ ਮਨਜ਼ੂਰ ਨਹੀਂ। ਜੇਕਰ ਰਾਮ ਰਹੀਮ ਦੀ ਜਾਂਚ ਹੁੰਦੀ ਹੈ ਉਹ ਇਹਨਾਂ ਨੂੰ ਮਨਜ਼ੂਰ ਨਹੀਂ। ਜੇਕਰ ਸਿੱਟ ਬਣਦੀ ਹੈ ਜਿਸ ਕੁੰਵਰ ਵਿਜੇ ਪ੍ਰਤਾਪ ਹੋਵੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ। ਆਖਰ ਕੋਈ ਤਾਂ ਕਾਰਨ ਹੋਏਗਾ ਕਿ ਇਹਨਾਂ ਨੂੰ ਕੋਈ ਵੀ ਚੀਜ਼ ਮਨਜ਼ੂਰ ਨਹੀਂ। ਮੈਂ ਜਗਤਾਰ ਜੀ ਜਵਾਬ ਦਿੰਦਾ ਇਸ ਗੱਲ ਦਾ। ਜਾਂਚ ਹੈਗੀ ਹੈ, ਮੈਂ ਜਵਾਬ ਦਿੰਦਾ, ਜਾਂਚ ਇਹਨਾਂ ਦੇ ਮੁਤਾਬਕ ਚੱਲੇਗੀ। ਸੋ ਇਹ ਚੀਜ਼ਾਂ ਸ਼ੱਕ ਪੈਦਾ ਕਰਦੀਆਂ ਨੇ, ਇਹ ਚੀਜ਼ਾਂ ਸ਼ੱਕ ਪੈਦਾ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਹੋ ਸਕਦਾ ਉਸ ਵੇਲੇ ਦੀ ਜਿਹੜੀ ਸਰਕਾਰ ਹੈ ਉਹਦੀ ਕਿਸੇ ਨਾ ਕਿਤੇ ਲੈਵਲ ਤੇ ਇਨਵੋਲਵਮੈਂਟ ਹੋਵੇ ਤਾਂ ਇਹਨਾਂ ਨੂੰ ਡਰ ਲੱਗਦਾ। ਅਦਰਵਾਈਜ਼ ਹਰ ਚੀਜ਼ ਨੂੰ ਸਾਨੂੰ ਇਹ ਮਨਜ਼ੂਰ ਨਹੀਂ, ਸਾਨੂੰ ਇਹ ਮਨਜ਼ੂਰ ਨਹੀਂ। ਥੈਂਕ ਯੂ। ਕਲੇਰ ਸਾਹਿਬ, ਸੰਖੇਪ ਦੇ ਵਿੱਚ ਮੈਂ ਸਵੈਜ ਜੀ ਤੋਂ ਕਮੈਂਟਸ ਲੈਣੇ ਆ। ਕਲੇਰ ਜੀ, ਸੰਖੇਪ ਦੇ ਵਿੱਚ ਆਪਣੀ ਗੱਲ ਜ਼ਰੂਰ ਕਹੋ ਕਿਉਂਕਿ ਨਹੀਂ ਜਗਤਾਰ ਜੀ ਦੇਖੋ, ਜਸਟਿਸ ਜੋਰਾ ਸਿੰਘ ਅੱਜ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ, ਜਸਟਿਸ ਰਣਜੀਤ ਸਿੰਘ ਕਾਂਗਰਸ ਦੇ ਕਰੀਬੀ, ਉਹਨਾਂ ਦੇ ਦੋਸਤ, ਇਹਨਾਂ ਨੂੰ ਉਹਨਾਂ ਦੀ ਗੱਲਾਂ ਤੇ ਜਾ ਰਹੇ ਨੇ। ਇਹ ਨਹੀਂ, ਇਹ ਉਹਨਾਂ ਦੀ ਗੱਲਾਂ ਤੇ ਤਾਂ ਜਾ ਰਹੇ ਨੇ, ਪਰ ਹਾਈ ਕੋਰਟ ਦੇ ਇੱਕ ਸਿਟਿੰਗ ਮਾਣਯੋਗ ਜੱਜ ਨੇ ਜੋ ਗੱਲ ਕਹੀ ਹੈ ਉਹ ਇਹਨਾਂ ਨੂੰ ਨਾਗਵਾਰ ਗੁਜ਼ਰਦੀ ਹੈ। ਤਾਂ ਨਹੀਂ, ਫਿਰ ਤੁਸੀਂ ਐ ਕਰੋ ਨਾ। ਓਕੇ ਤੁਹਾਡੀ ਗੱਲ ਆ ਗਈ ਜੀ ਥੈਂਕ ਯੂ। ਮੈਂ ਗਰਗ ਸਾਹਿਬ ਵਾਪਸ ਆਣਾ ਤੁਹਾਡੇ ਵੱਲ। ਕਲੀਅਰ ਜੀ ਤੁਹਾਡੇ ਵੱਲ ਵੀ ਆਣਾ। ਸਵੈਜ ਜੀ ਦੇ ਆਪਾਂ ਕਮੈਂਟਸ ਲੈ ਲਈਏ। ਸਵੈਜ ਜੀ, ਸਾਡੇ ਦੋਨਾਂ ਬੁਲਾਰਿਆਂ ਨੇ, ਚਾਹੇ ਆਪਾਂ ਗੱਲ ਕਰਦੇ ਹਾਂ ਆਪ ਦੀ ਔਰ ਅਕਾਲੀ ਦਲ ਦੀ, ਦੋਨਾਂ ਨੇ ਗੱਲ ਕਹੀ ਹੈ ਕਿ ਸਿਆਸਤ ਤੋਂ ਪ੍ਰੇਰਿਤ ਹੈ, ਚਾਹੇ ਆਪਣੇ ਐਂਗਲ ਤੋਂ ਗਿਆ ਹੈ ਕਿ ਜੋ ਵਾਅਦੇ ਕੀਤੇ ਗਏ ਸੀ ਉਹ ਤਾਂ ਕਿਧਰੇ ਰਹੇ, ਇਹਦੇ ਪਿੱਛੇ ਸਿਆਸਤ ਸੀ। ਔਰ ਅਕਾਲੀ ਦਲ ਦਾ ਵੀ ਕਹਿਣਾ ਹੈ ਕਿ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਟਾਰਗੇਟ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਸਵੈਜ ਜੀ ਦੇਖੋ, ਸਿਆਸਤ ਆਪਣੀ ਥਾਂ ਹੈਗੀ ਹੈ, ਲੇਕਿਨ ਕੁਝ ਮਸਲੇ ਇਦਾਂ ਦੇ ਹੁੰਦੇ ਨੇ ਜੀ, ਉਹ ਸਾਡੀ ਜਿਹੜੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਧਾਰਮਿਕ ਤੌਰ ਤੇ, ਭਾਵਨਾਤਮਕ ਤੌਰ ਤੇ ਉਹ ਸਿਆਸਤ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ। ਜਿਹੜਾ ਦੇਖੋ ਇਹ ਬੇਅਦਬੀਆਂ ਦਾ ਮਸਲਾ ਸੀਗਾ ਨਾ ਜੀ, ਇਹ ਸਿਆਸਤ ਤੋਂ ਕਿਤੇ ਵੱਡਾ ਮੁੱਦਾ ਸੀਗਾ। ਹਾਲਾਂਕਿ ਜਿਨ੍ਹਾਂ ਦੋਸ਼ੀਆਂ ਨੇ ਕਰਵਾਇਆ ਹੈ, ਜਿਨ੍ਹਾਂ ਦੇ ਖਿਲਾਫ ਦੋਸ਼ ਲੱਗਦੇ ਨੇ, ਤੇ ਮੈਨੂੰ ਇਹ ਵੀ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਬਾਦਲ ਪਰਿਵਾਰ ਤੇ ਇਹ ਲੱਗਦੇ ਸੀਗੇ ਇਤਰਾਜ਼, ਇਲਜ਼ਾਮ ਕਿ ਉਹਨਾਂ ਨੇ ਡੇਰਾ ਸੱਚਾ ਸੌਦਾ ਦੇ ਹੈੱਡ ਨੂੰ ਪਹਿਲਾਂ ਮਾਫੀਆਂ ਮੰਗਵਾਈਆਂ, ਫਿਰ ਮਾਫੀਆਂ ਕੈਂਸਲ ਕਰਵਾਈਆਂ, ਤੇ ਕਿਤੇ ਨਾ ਕਿਤੇ ਵੋਟ ਦੀ ਜਿਹੜੀ ਸਿਆਸਤ ਸੀਗੀ ਉਹ ਬਹੁਤ ਭਾਰੂ ਹੋ ਗਈ ਸੀਗੀ। ਉਹਨਾਂ ਨੂੰ ਦੇਖਿਆ ਨਹੀਂ ਕੁਛ ਵੀ ਕੀ ਹੋਣਾ।
ਲੇਕਿਨ ਚਲੋ ਜੀ। ਉਹ ਗੱਲਾਂ ਸਾਰੇ ਜਾਣਦੇ ਆਪਾਂ, ਸਾਰਿਆਂ ਨੂੰ ਪਤਾ ਹੈ ਕੀ ਹੋਈਆਂ ਨੇ, ਕੀ ਇਲਜ਼ਾਮ ਲੱਗੇ ਨੇ। ਲੇਕਿਨ ਸਾਡੀ ਜ਼ਿੰਮੇਵਾਰੀ ਜਿਹੜੀ ਬਣਦੀ ਸੀਗੀ ਉਹ ਅਸੀਂ, ਕਿਉਂਕਿ ਸਾਡਾ ਇਹ ਵਾਅਦਾ ਸੀਗਾ ਕਿ ਅਸੀਂ ਇਹਨਾਂ ਨੂੰ ਇੱਕ ਪਾਸੇ ਓਕੇ। ਪੁੱਟਣ ਜ਼ਰੂਰ ਲਾਵਾਂਗੇ, ਸੱਚ ਝੂਠ ਦਾ ਜਿਹੜਾ ਹੈਗਾ ਉਹ ਨਿਤਾਰਾ ਜ਼ਰੂਰ ਕਰਾਂਗੇ। ਹਾਂ, ਦੇਰ ਜ਼ਰੂਰ ਹੋਈ ਹੈ, ਲੇਕਿਨ ਅਸੀਂ ਉਸ ਮਸਲੇ ਨੂੰ ਅਲਟੀਮੇਟਲੀ ਇੱਕ ਤੜ ਪੱਤਣ ਲਾਉਣ ਵਾਸਤੇ ਕਿਨਾਰੇ ਤੇ ਪਹੁੰਚ ਗਏ ਸੀਗੇ। ਇਹ ਜਿਹੜਾ ਹੁਣ ਫੈਸਲਾ ਮਾਨਯੋਗ ਦਾ ਆਇਆ ਹੈ, ਇਹ ਸਾਰਾ ਜੋ ਕੀਤਾ ਕਰਾਇਆ ਸੀ ਉਹ ਉੱਥੇ ਰੁਕ ਗਿਆ ਹੈ। ਤੇ ਅਗਰ ਇਹਨੂੰ ਅਗਰ ਅਗਰ ਜੀ ਅਗਰ ਜਿਹੜਾ ਦੇਖੋ ਹੈਗਾ ਜੀ, ਸੋ ਜੀ ਵੱਡਾ ਮਾਮਲਾ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ ਕਿ ਸਾਰਾ ਕੁਝ ਕਰਿਆ ਰੁਕ ਗਿਆ ਹੈ। ਤੁਸੀਂ ਕਹਿ ਰਹੇ ਹੋ ਕਿ ਬਾਦਲਾਂ ਨੇ ਜਿਸ ਤਰੀਕੇ ਨਾਲ ਜਿਹੜਾ ਡੇਰੇ ਸੌਦੇ ਦੀ ਆਪਾਂ ਗੱਲ ਕਰਦੇ ਹਾਂ, ਵੋਟਾਂ ਦੀ, ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ। ਗਰਗ ਸਾਹਿਬ, ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ। ਮੈਂ ਬ੍ਰੇਕ ਤੋਂ ਪਹਿਲਾਂ ਸੰਖੇਪ ਜਿਹਾ ਕਮੈਂਟ ਜ਼ਰੂਰ ਲੈਣਾ ਚਾਹੁੰਦਾ ਔਰ ਕਲੀਅਰ ਜੀ ਤੋਂ ਵੀ ਮੈਂ ਕਮੈਂਟਸ ਲੈਣਾ ਚਾਹੁੰਦਾ। ਗਰਗ ਸਾਹਿਬ ਪਲੀਜ਼। ਮੈਂ ਤੇ ਬਸ ਇਹੀ ਕਹਿਣਾ ਚਾਹੁੰਦਾ ਕਿ ਇਸ ਦੇ ਉੱਤੇ ਸਿਆਸਤ ਨਾ ਕਰੋ। ਪੰਜਾਬ ਦੇ ਜਿਹੜੇ ਲੋਕ ਨੇ, ਪੂਰੀ ਦੁਨੀਆ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਜਾਨੀ ਕਿ ਫੇਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ, ਉਹ ਇਨਸਾਫ ਮੰਗ ਰਹੇ ਨੇ। ਇਸ ਨੂੰ ਕਿਰਪਾ ਕਰਕੇ ਚੋਣਾਂ ਦਾ ਜਾਂ ਰਾਜਨੀਤੀ ਦਾ ਮੁੱਦਾ ਨਾ ਬਣਾ ਕੇ, ਔਰ ਏਜੰਸੀਆਂ ਤੁਹਾਡੇ ਇੱਕ ਹੱਥ ਨੇ, ਸਰਕਾਰ ਤੁਹਾਡੇ ਕੋਲ ਹੈਗੀ ਹੈ। ਲੋਕਾਂ ਨੂੰ ਇਨਸਾਫ ਚਾਹੀਦਾ। ਜਦੋਂ ਤੱਕ ਇਨਸਾਫ ਨਹੀਂ ਮਿਲੇਗਾ, ਪਹਿਲਾਂ ਹੁਣ ਲੋਕਾਂ ਨੇ ਅਕਾਲੀ ਦਲ ਬਾਦਲ ਦਾ ਬਿਸਤਰਾ ਗੋਲ ਕਰਤਾ, ਹੁਣ ਤੁਹਾਡਾ ਬਿਸਤਰਾ ਗੋਲ ਕਰ ਦੇਣਗੇ। ਇਸ ਕਰਕੇ ਇਨਸਾਫ ਦੇਣਾ ਤੁਹਾਡਾ ਫਰਜ਼ ਹੈਗਾ ਔਰ ਤੁਹਾਡੀ ਡਿਊਟੀ ਵੀ। ਓਕੇ ਜੀ। ਥੈਂਕ ਯੂ ਵੈਰੀ ਮਚ। ਮੈਂ ਕਲੀਅਰ ਜੀ ਮੈਂ ਬ੍ਰੇਕ ਤੇ ਜਾਣਾ, ਪਰ ਕਮੈਂਟਸ ਤੁਹਾਡੇ ਲਾਜ਼ਮੀ ਹੈ ਜੀ। ਕਲੀਅਰ ਸਾਹਿਬ। ਜਗਤਾਰ ਜੀ, ਮੈਂ ਦੋਨੇ ਜਿਹੜੇ ਮੇਰੇ ਪੈਨਲਿਸਟ ਮੇਰੇ ਨਾਲ ਬੈਠੇ, ਮੈਂ ਉਹਨਾਂ ਨੂੰ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਹੜੀ ਕਿ ਇਹਦੀ ਫੇਅਰ ਇਨਵੈਸਟੀਗੇਸ਼ਨ ਚਾਹੁੰਦੀ ਹੈ। ਔਰ ਮੈਂ ਆਪ ਖੁਦ ਅਰਸ਼ਦੀਪ ਸਿੰਘ ਕਲੇਰ ਮੋਹਾਲੀ ਕੋਰਟ ਦੇ ਵਿੱਚ 3 ਸਾਲ ਤੋਂ ਜਿਹੜੀ CBI ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ, ਉਹਦਾ ਔਨ ਰਿਕਾਰਡ ਵਿਰੋਧ ਕਰ ਰਿਹਾ। ਮੈਂ ਸ਼੍ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਹਨੇ ਇਹ ਗੱਲ ਕਹੀ ਸੀ ਕਿ CBI ਨੇ ਕਲੋਜ਼ਰ ਰਿਪੋਰਟ ਗਲਤ ਦਿੱਤੀ ਹੈ, ਇਹਦੀ ਇਨਵੈਸਟੀਗੇਸ਼ਨ ਕਰੋ, ਅਸਲ ਦੋਸ਼ੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਓ। ਔਰ ਉਸ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਨ ਵਾਲਾ ਵਕੀਲ ਅਰਸ਼ਦੀਪ ਸਿੰਘ ਕਲੇਰ ਸੀਗਾ। ਸੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਹੀ ਇਹਦੇ ਫੇਅਰ ਇਨਵੈਸਟੀਗੇਸ਼ਨ ਦੀ ਔਰ ਅਸਲ ਦੋਸ਼ੀਆਂ ਨੂੰ ਚੁਰਾਹੇ 'ਚ ਖੜੇ ਕਰਨ ਦੀ ਗੱਲ ਕਰੀ ਹੈ ਜੀ। ਓਕੇ, ਮਿਹਰਬਾਨੀ। ਆਪਾਂ ਨੂੰ ਇੱਕ ਬ੍ਰੇਕ ਲੈਣੀ ਪੈਣੀ ਹੈ। ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ। ਬਹੁਤ ਮੰਦਭਾਗੀਆਂ ਘਟਨਾਵਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਉਸ ਤੋਂ ਬਾਅਦ ਗੋਲੀकांड ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ। ਪੰਜਾਬੀ ਤੇ ਦੁਨੀਆ ਭਰ 'ਚ ਲੋਕ ਬੈਠੇ ਉਮੀਦ ਰੱਖਦੇ ਸੀ ਪਹਿਲਾਂ ਅਕਾਲੀ ਸਰਕਾਰ ਤੋਂ, ਕੈਪਟਨ ਅਮਰਿੰਦਰ ਸਰਕਾਰ ਤੋਂ, ਕਿ ਦੋਸ਼ੀ ਕਟਹਿਰੇ 'ਚ ਖੜੇ ਹੋਣਗੇ। ਪਰ ਸਵੈਜ ਜੀ ਨੇ ਜਿੱਦਾਂ ਦੇ ਕਮੈਂਟਸ ਦਿੱਤੇ, ਬਹੁਤ ਅਹਿਮ ਕਮੈਂਟਸ ਹੈ ਕਿ ਮਾਮਲਾ ਅਜੇ ਕਿਸੇ ਵੀ ਤਣ ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਕਿਉਂ ਵਾਪਰਦਾ ਅਜਿਹਾ? ਇਹਨਾਂ ਮੁੱਦਿਆਂ ਤੇ ਲਵਾਂਗੇ ਸਵਾਲ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਸੋ ਜੀ, ਇਸ ਮੁੱਦੇ ਤੇ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਆਪਣੇ ਕਮੈਂਟਸ ਵੀ ਦੇ ਰਹੇ ਸੀਗੇ ਕਿ ਜੋ ਫੈਸਲਾ ਆ ਉਹਦੇ ਮੁਤਾਬਕ ਜਿਹੜਾ ਹੈਗਾ ਜਾਂਚ ਦੀ ਗੱਲ ਕਰ ਲਈਏ, ਆਪਾਂ ਨਿਆਂ ਦੀ ਗੱਲ ਕਰ ਲਈਏ, ਇਨਸਾਫ ਦੀ ਗੱਲ ਕਰ ਲਈਏ, ਲੰਬੀ ਪੈਂਦੀ ਆ ਰਹੀ ਹੈ ਸਾਰੀ ਸਥਿਤੀ ਜਿਹੜੀ ਹੈਗੀ ਹੈ। ਪਰ ਜਿਸ ਤਰੀਕੇ ਨਾਲ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ, ਆਪ ਵਾਲੇ ਵੀ ਕਹਿ ਰਹੇ ਹੈ ਔਰ ਅਕਾਲੀ ਦਲ ਵੀ ਕਹਿ ਰਿਹਾ ਹੈ ਕਿ ਇਹ ਜਿਹੜੀ ਜਾਂਚ ਹੋਈ ਵੀ ਹੈ ਉਹਦਾ ਇੱਕ ਖਾਸ ਮੰਤਵ ਸੀ ਪੋਲੀਟੀਕਲ ਤੌਰ ਤੇ। ਅਕਾਲੀ ਦਲ ਸਿੱਧੇ ਤੌਰ ਤੇ ਵਾਰ-ਵਾਰ ਇਹ ਕਹਿ ਰਿਹਾ ਹੈ ਕਿ ਜਿਹੜਾ ਅਧਿਕਾਰੀ ਉਹਦੇ 'ਚ ਐਕਟਰ ਸੀਗਾ ਕੁੰਵਰ ਵਿਜੇ ਪ੍ਰਤਾਪ, ਉਹਦਾ ਟਾਰਗੇਟ ਹੀ ਇਹ ਸੀ ਕਿ ਬਾਦਲਾਂ ਨੂੰ ਕਿਵੇਂ ਫਸਾਉਣਾ ਹੈ। ਜਿਹੜੀ ਗੱਲ ਜਿਹੜੀ ਹੈਗੀ ਹੁਣ ਉਹ ਕਹਿ ਰਿਹਾ ਕਿ ਇਹਦੇ ਫੈਸਲੇ ਦੇ ਨਾਲ ਸਾਹਮਣੇ ਆਈ ਹੈ। ਸਵੈਜ ਜੀ, ਕੀ ਕਹੋਗੇ ਇਸ ਮੁੱਦੇ ਤੇ? ਦੇਖੋ, ਪੰਜਾਬ ਦੇ ਸਾਰੇ ਲੋਕ ਤੇ ਇੱਕ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਪੋਲੀਟੀਕਲ ਪਾਰਟੀਜ਼ ਨੇ ਉਹ ਵੀ ਇਹ ਮੰਨਦੀਆਂ ਨੇ ਤੇ ਸਮਝਦੀਆਂ ਨੇ ਕਿ SIT ਦਾ ਕਿਹੜਾ ਅਹਿਮ ਮੈਂਬਰ ਸੀਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਸੀਗਾ, ਉਹ ਇੱਕ ਬੜਾ ਹੀ ਇਮਾਨਦਾਰ ਆਫੀਸਰ, ਕੰਪੀਟੈਂਟ ਆਫੀਸਰ ਤੇ ਨਿਰਪੱਖਤਾ ਨਾਲ ਕੰਮ ਕਰਨ ਵਾਲਾ ਆਫੀਸਰ ਹੈਗਾ, ਜਿਹੜਾ ਪੋਲੀਟੀਕਲ ਇੰਟਰਫੀਰੈਂਸ ਨੂੰ ਬਿਲਕੁਲ ਕਿਸੇ ਨਾਲ ਬਰਦਾਸ਼ਤ ਨਹੀਂ ਕਰਦਾ। ਜਿੰਦੇ ਵੀ ਹੁਣ ਤੱਕ ਪੋਸਟਿੰਗ, ਸਾਰਾ ਉਹਦਾ ਇਤਿਹਾਸ ਜਿਹੜਾ ਹੈਗਾ ਰਿਕਾਰਡ ਇਹੀ ਦੱਸਦਾ ਹੈ ਕਿ ਉਹ ਨਿਰਪੱਖ ਤੌਰ ਤੇ ਕੰਮ ਕਰਦਾ ਹੈਗਾ। ਤੇ ਇਸ ਦੇ ਵਿੱਚ ਵੀ ਅਕਾਲੀ ਦਲ ਸ਼ੁਰੂ ਤੋਂ ਹੀ ਇਸ ਆਫੀਸਰ ਦੇ ਖਿਲਾਫ, ਜਿਵੇਂ ਪਹਿਲਾਂ ਜਸਰਜੀਤ ਸਿੰਘ ਦੇ ਖਿਲਾਫ ਉਹਨਾਂ ਨੇ ਇਤਰਾਜ਼ ਉਠਾਏ ਸੀ, ਜਾਂ ਹੋਰ ਜਿਹੜਾ ਵੀ ਕੋਈ ਬੰਦਾ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਕੋਈ ਰਿਪੋਰਟ ਦੇ ਸਕਦਾ ਹੈ, ਉਹਦੇ ਖਿਲਾਫ ਇਤਰਾਜ਼, ਜਾਤੀ ਤੌਰ ਤੇ ਦੂਸ਼ਣਬਾਜ਼ੀ ਲਾਉਣੀ, ਇੱਦਾਂ ਕਰਦੇ ਰਿਹਾ ਸੀਗਾ। ਇਸੇ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਵੀ ਇਹਨਾਂ ਨੇ ਬਹੁਤ ਕੁਝ ਮੰਦਾ ਚੰਗਾ ਵੀ ਬੋਲਿਆ ਹੈਗਾ। ਲੇਕਿਨ ਜੋ ਰਿਪੋਰਟ ਉਹਨਾਂ ਦੀ ਆਈ ਹੈਗੀ ਹੈ, ਰਿਪੋਰਟ ਉਹਨਾਂ ਨੇ ਨਿਰਪੱਖਤਾ ਨਾਲ ਉਹ ਦਿੱਤੀ ਹੈਗੀ ਹੈ। ਹੁਣ ਮਾਨਯੋਗ ਹਾਈ ਕੋਰਟ ਨੇ ਜੋ ਕਮੈਂਟ ਕੀਤੇ ਨੇ, ਜੋ ਰੱਦ ਕੀਤੀ ਹੈ ਤੇ ਇਹ ਦੁਬਾਰਾ ਕਰਨ ਦੀ ਗੱਲ ਕੀਤੀ ਹੈ, ਉਹ ਤਾਂ ਦੇਖੋ ਬਰੀਕੀ ਨਾਲ ਫੈਸਲਾ ਪੜ੍ਹਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮਾਨਯੋਗ ਹਾਈ ਕੋਰਟ ਨੂੰ ਕਿਹੜੀਆਂ-ਕਿਹੜੀਆਂ ਪੁਆਇੰਟਸ, ਕਿਹੜੇ-ਕਿਹੜੇ ਗੱਲਾਂ ਤੇ ਜਾਂ ਟੈਕਨੀਕਲ ਇਸ਼ੂ ਤੇ
ਜੀ ਸਰ ਉਹ ਜੀ ਤਾਂ ਬਿਲਕੁਲ ਲੇਕਿਨ ਠੀਕ ਹੈ, ਪਰ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਬਾਰੇ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਔਰ ਆਪ ਵਾਲੇ ਕਹਿ ਰਿਹਾ ਹੈ ਕਿ ਜੋ ਕੁਝ ਵਾਪਰਿਆ, ਉਹ ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਅਕਾਲੀ ਦਲ ਤੇ ਕਾਂਗਰਸ ਜਿਹੜੀ ਹੈਗੀ ਮਿਲੇ ਆ, ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਤੇ ਬਾਦਲ ਕੇ ਆਪਸ ਵਿੱਚ ਮਿਲੇ ਹੋਏ ਆ ਇਸ ਮੁੱਦੇ ਤੇ। ਦੇਖੋ ਆਹ ਮਿਲਣ ਮਿਲਾਉਣ ਦੀਆਂ ਗੱਲਾਂ ਬਾਰੇ ਤਾਂ ਮੈਂ ਤਾਂ ਕਮੈਂਟ ਨਹੀਂ ਕਰ ਸਕਦਾ, ਇਹ ਤਾਂ ਇਹਨਾਂ ਨੂੰ ਪਤਾ ਹੋਏਗਾ। ਇਹਨਾਂ ਕੋਲ ਰਿਕਾਰਡਿੰਗ ਜੀ। ਹੋਣਗੀਆਂ, ਕੋਈ ਦਿਖਾ ਦੇਣਗੇ, ਕੋਈ ਸੀਟ ਹੋਣਗੀਆਂ, ਵੀਡੀਓਜ਼ ਹੋਣਗੀਆਂ, ਕੋਈ ਹੋਰ ਗੱਲਾਂ ਹੋਣਗੀਆਂ, ਗੱਲਾਂ ਬਾਤਾਂ ਹੋਈਆਂ ਹੋਣਗੀਆਂ, ਤੇ ਇਹ ਤਾਂ ਕਰਦੇ ਰਹਿੰਦੇ ਨੇ, ਦਿਖਾ ਦੇਣਗੇ ਕੀ ਹੈਗਾ ਮਿਲੇ ਮਿਲਾਉਣ ਦਾ। ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਹੈਗਾ। ਲੇਕਿਨ ਜੋ ਇਹਦੇ ਨਾਲ ਹਾਈ ਕੋਰਟ ਦੇ ਜੋ ਫੈਸਲਾ ਆਇਆ ਹੈ, ਇਹਦੇ ਨਾਲ ਲੋਕਾਂ ਦੀਆਂ ਜਿਹੜੀਆਂ ਇਛਾਵਾਂ ਤੇ ਜਿਹੜਾ ਹੈਗਾ ਉਹ ਪਾਣੀ ਜ਼ਰੂਰ ਫਿਰਿਆ ਹੈਗਾ। ਖੁਦ ਦੇਖੋ ਜਿਹੜਾ ਪਰਿਵਾਰ, ਜਿਹਦੇ ਪਰਿਵਾਰ ਦੇ ਉਹ ਬੰਦੇ ਡੈਥ ਹੋਈ ਹੈ ਵਿਚਾਰੇ, ਉਹ ਵੀ ਕਹਿ ਰਹੇ ਸੀ ਕਿ ਸਾਨੂੰ ਕੁੰਵਰ ਵਿਜੇ ਪ੍ਰਤਾਪ ਤੇ ਪੂਰਾ ਵਿਸ਼ਵਾਸ ਹੈਗਾ ਕਿ ਸਾਨੂੰ ਇਨਸਾਫ ਮਿਲੇਗਾ। ਉਹ ਨਿਰਪੱਖ ਅਫਸਰ ਜਿਹੜਾ ਹੈਗਾ ਇਨਕੁਆਇਰੀ ਕਰਕੇ ਉਹਦੇ ਤੱਥ ਕੱਢੇਗਾ ਸਾਰੇ। ਸੌਰੀ ਮੈਂ ਰੋਕ ਰਿਹਾ, ਉਸ ਪਰਿਵਾਰ ਜਿਹੜੇ ਗੋਲੀ ਕਾਂਡ ਦੇ ਜਿਹੜੇ ਉਹਨਾਂ ਦਾ ਪਰਿਵਾਰ ਦਾ ਮੈਂਬਰ ਸ਼ਹੀਦ ਹੋਇਆ, ਉਹਨਾਂ ਦਾ ਕਹਿਣਾ ਇਹ ਹੈ ਕਿ ਜੀ ਜਿਸ ਤਰੀਕੇ ਨਾਲ ਹੁਣ ਫੈਸਲਾ ਆਇਆ ਜਾਂ ਜੋ ਸਾਰਾ ਮਾਮਲਾ ਜਿਹੜਾ ਹੈਗਾ ਲੰਬਾ ਪੈਂਦਾ ਨਜ਼ਰ ਆ ਰਿਹਾ ਹੈ, ਉਹਨਾਂ ਦੇ ਪਰਿਵਾਰ ਦਾ ਬੇਟਾ ਕਹਿ ਰਿਹਾ ਕਿ ਜੀ ਅਸੀਂ ਤਾਂ ਹੁਣ ਕਿਸੇ ਜਾਂਚ ਅੱਗੇ ਪੇਸ਼ ਹੀ ਨਹੀਂ ਹੋਵਾਂਗੇ, ਨਾ ਕਿਸੇ ਜਾਂਚ ਕਮੇਟੀ ਅੱਗੇ ਜਾ ਕੇ ਆਪਣੀ ਕੋਈ ਗੱਲ ਰੱਖਾਂਗੇ, ਕਿਉਂਕਿ ਕਹਿੰਦੇ ਜਿੱਦਾਂ ਦਾ ਵਰਤਾਰਾ ਹੈਗਾ ਉਹਦੇ ਨਾਲ ਬਹੁਤ ਵੱਡੀ ਠੇਸ ਲੱਗੀ ਹੈ ਉਸ ਪਰਿਵਾਰ ਨੂੰ। ਦੇਖੋ ਉਹਨਾਂ ਦਾ ਜਿਹੜਾ ਅੰਦਰਲਾ ਡੂੰਘਾ ਦਰਦ ਹੈਗਾ ਜੀ, ਉਹ ਦਰਦ ਹੀ ਬੋਲ ਰਿਹਾ ਹੈ ਕਿ ਪਹਿਲਾਂ ਵੀ ਸਮਾਂ ਇੰਨਾ ਲੰਘ ਚੁੱਕਾ ਹੈ ਤੇ ਹੁਣ ਇਹ ਜਿਹੜੇ ਕਾਨੂੰਨੀ ਅੜਚਣਾਂ ਪੈ ਗਈਆਂ ਨੇ, ਅੱਗੇ ਅਪੀਲਾਂ ਦਲੀਲਾਂ ਦਾ ਸਮਾਂ ਜਿਹੜਾ ਅੱਗੇ ਲੱਗੇਗਾ, ਬਰਬਾਦ ਹੋਏਗਾ। ਉਸੇ ਗੱਲ ਤੋਂ ਉਹਨਾਂ ਦਾ ਦਰਦ ਬੋਲ ਰਿਹਾ ਹੈ ਕਿ ਸ਼ਾਇਦ ਸਾਨੂੰ ਜਿਹੜਾ ਹੈਗਾ ਇਨਸਾਫ ਮਿਲਣ 'ਚ ਬਹੁਤ ਲੰਬਾ ਸਮਾਂ ਲੱਗ ਜਾਏਗਾ, ਜਾਂ ਅਲਟੀਮੇਟਲੀ ਕੀ ਹੁੰਦਾ ਹੈ ਇਹ ਤਾਂ ਉੱਪਰ ਵਾਲਾ ਜਾਣਦਾ ਹੈ। ਇਹ ਤਾਂ ਹੈਗਾ, ਸੈਟਬੈਕ ਜ਼ਰੂਰ ਹੈਗੀ ਹੈ, ਬਹੁਤ ਵੱਡਾ ਝਟਕਾ ਹੈਗਾ ਇਹ, ਲੇਕਿਨ ਉਮੀਦ ਨਹੀਂ ਛੱਡੀ ਜਾ ਸਕਦੀ। ਅਸੀਂ ਵੀ ਜਿਹੜੀ ਹੈਗੀ ਹੈ ਉਮੀਦ ਇਸੇ ਬੈਠੇ ਹਾਂ ਕਿ ਇਸ ਫੈਸਲੇ ਅਸੀਂ ਰੱਦ ਕਰਾਈਏ, ਤੇ ਹੋ ਸਕਦਾ ਰੱਦ ਹੋਣ ਤੋਂ ਪਹਿਲਾਂ ਕਰਵਾਈਏ, ਤਾਂ ਕਿ ਜਿਹੜਾ ਹੈਗਾ ਇਹ ਮਸਲਾ ਅੱਗੇ ਜਿਹੜਾ ਰਹੇਗੀ। ਜੀ 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 ਸਾਡੀ ਕੋਸ਼ਿਸ਼ ਜੀ। ਥੈਂਕ ਯੂ ਸੁਹੇਜ ਜੀ। ਮੈਂ ਤੁਹਾਡੇ ਵੱਲ ਫਿਰ ਵਾਪਸ ਆਉਣਾ ਹੈ। ਗਰਗ ਜੀ ਵੀ ਆਪਣੇ ਇਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਹੈ। ਗਰਗ ਸਾਹਿਬ ਸੁਹੇਜ ਜੀ ਨੇ ਕਿਹਾ, ਤੁਸੀਂ ਸੁਣਿਆ ਵੀ ਹੈ ਕਿ ਅਸੀਂ ਇਸ ਫੈਸਲੇ ਤੇ ਅਜੇ ਉਮੀਦ ਨਹੀਂ ਛੱਡ ਰਹੇ, ਅਸੀਂ ਲੜਾਈ ਲੜਾਂਗੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ। ਆਪ ਦੇ ਕੋਲੇ ਕੀ ਸਬੂਤ ਹੈ ਕੀ ਨਹੀਂ ਸਬੂਤ ਹੈ ਤਾਂ ਆਪ ਵਾਲੇ ਜਾਣਦੇ ਹੈ। ਜੀ ਗਰਗ ਸਾਹਿਬ। ਦੇਖੋ ਸਿੱਧੂ ਸਾਹਿਬ, ਇਹ ਤਾਂ ਗੱਲਾਂ ਨੇ, ਗੱਲਾਂ ਦਾ ਕੜਾ ਹੈਗਾ, ਹੋਰ ਕੁਝ ਵੀ ਨਹੀਂ ਹੈਗਾ। ਅਤੁਲ ਨੰਦਾ ਤੇ 150 ਬੰਦੇ ਵਕੀਲਾਂ ਦੀ ਟੀਮ, ਕਰੋੜਾਂ ਰੁਪਈਆ ਟੈਕਸ ਪੇਅਰ ਦਾ ਯਾਨੀ ਕਿ ਬਰਬਾਦ ਕੀਤਾ ਜਾ ਰਿਹਾ ਹੈਗਾ। ਜਾਂ ਤਾਂ ਇਨਕੰਪੀਟੈਂਟ ਹੈਗੇ ਆ ਤੇ ਜਾਂ ਜਾਣਬੁੱਝ ਕੇ ਯਾਨੀ ਕਿ ਸਰਕਾਰ ਨੂੰ ਡਿਫੈਂਡ ਨਹੀਂ ਕਰ ਰਹੇ। ਤੇ ਸਾਡੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਡਿਮਾਂਡ ਹੈਗੀ ਹੈ ਕਿ ਅਤੁਲ ਨੰਦਾ ਤੇ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਵੇ। ਔਰ ਦੂਸਰੀ ਗੱਲ ਜਿਹੜੀ ਆ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਵਾਂ, ਸਾਨੂੰ ਇਹਦੇ ਵਿੱਚ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈਗਾ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਾਇਆ ਸੀ, ਪਰ ਜਦੋਂ ਉਸਨੇ ਰਿਪੋਰਟ ਦਿੱਤੀ ਤੇ ਰਿਪੋਰਟ ਲੈਣ ਤੱਕ ਨਹੀਂ ਗਏ, ਕਿਉਂਕਿ ਹੋ ਸਕਦਾ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਇਹਨਾਂ ਦੀ ਮਰਜ਼ੀ ਦੇ ਮੁਤਾਬਕ ਨਾ ਬਣਾਈ ਹੋਵੇ। ਇਸੇ ਤਰ੍ਹਾਂ ਹੀ ਇੱਕ ਬਹੁਤ ਹੀ ਇਮਾਨਦਾਰ ਤੇ ਨਿਰਪੱਖ ਜਿਹੜਾ ਅਫਸਰ ਹੈਗਾ ਕੁੰਵਰ ਵਿਜੇ ਪ੍ਰਤਾਪ, ਹੋ ਸਕਦਾ ਕੈਪਟਨ ਸਾਹਿਬ ਦੀ ਗੱਲ ਨਾ, ਜਿੱਦਾਂ ਹੁਣ ਸਵਾਜ ਸਾਹਿਬ ਵੀ ਕਹਿ ਰਹੇ ਸੀ ਕਿ ਉਹ ਤਾਂ ਕਿਸੇ ਦੀ ਇੰਟਰਫੇਅਰੈਂਸ ਮੰਨਦੇ ਨਹੀਂ ਹੈਗੇ। ਔਰ ਜਿਸ ਤਰੀਕੇ ਨਾਲ ਕੁੰਵਰ ਵਿਜੇ ਪ੍ਰਤਾਪ ਔਰ ਜਾਂਚ ਉਹਨਾਂ ਦੀ ਜਿਹੜੀ ਕਿ ਬਿਲਕੁਲ ਜਿਹੜਾ ਹੈਗਾ ਨੇੜੇ ਮੰਜ਼ਿਲ ਦੇ ਨੇੜੇ ਪਹੁੰਚ ਚੁੱਕੀ ਹੈਗੀ ਸੀ, ਔਰ ਹੋ ਸਕਦਾ ਹੈਗਾ ਕਿ ਕੈਪਟਨ ਸਾਹਿਬ ਦੀ ਉਹਨਾਂ ਨੇ ਗੱਲ ਨਾ ਮੰਨੀ ਹੋਵੇ। ਇਸੇ ਤਰ੍ਹਾਂ ਹੀ ਇਸ ਦੇ ਵਿੱਚ ਕਿਸੇ ਨਾ ਕਿਸੇ ਸਿਆਸਤ ਦਾ ਇਹ ਜਿਹੜੀ ਸਿੱਟ ਸ਼ਿਕਾਰ ਹੋ ਗਈ ਹੋਵੇ। ਔਰ ਇੱਕ ਚੀਜ਼ ਸਾਨੂੰ ਭੁੱਲਣੀ ਨਹੀਂ ਚਾਹੀਦੀ, 28 ਅਗਸਤ 2018 ਨੂੰ ਵਿਧਾਨ ਸਭਾ ਦਾ ਲਾਈਵ ਸੈਸ਼ਨ ਹੋਇਆ ਸੀ, ਔਰ ਉਸ ਸੈਸ਼ਨ ਦੇ ਵਿੱਚ ਸਾਰਿਆਂ ਨੇ ਇਕਮੁੱਠ ਹੋ ਕੇ ਸਰਕਾਰ ਦੀ ਹਮਾਇਤ ਕੀਤੀ ਸੀ ਇਸ ਮਾਮਲੇ ਦੇ ਉੱਤੇ। ਔਰ ਉਸ ਸੈਸ਼ਨ ਦੀ ਬਦੌਲਤ ਇੱਕ ਐਮਐਲਏ ਅਸਤੀਫਾ ਦੇ ਗਿਆ ਵਿਧਾਨ ਸਭਾ ਤੋਂ, ਸਿਰਫ ਇਸ ਮਾਮਲੇ ਦੇ ਉੱਤੇ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਕਿੱਥੇ ਨੇ ਸੁਖੀ ਰੰਧਾਵਾ ਜੀ, ਅੱਜ ਕਿੱਥੇ ਨੇ ਨਵਜੋਤ ਸਿੰਘ, ਅੱਜ ਕਿੱਥੇ ਨੇ ਤ੍ਰਿਪਤ ਬਾਜਵਾ ਜੀ, ਜਿਹੜੇ ਉਦੋਂ ਦਾ ਬੜੀਆਂ ਝੋਲੀਆਂ ਅੱਡ ਕੇ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੂੰ ਕਹਿ ਰਹੇ ਸੀ ਸਾਨੂੰ ਇਨਸਾਫ ਦੇ ਦਿਓ। ਅੱਜ ਤੇ 3 ਸਾਲ ਹੋਣ ਲੱਗੇ ਆ ਉਸਨੂੰ। ਤੇ ਮੈਂ ਇਸ ਕਰਕੇ ਕਹਿ ਰਿਹਾ, ਸਿਆਸਤ ਨਾ ਕਰੋ, ਕਿਉਂਕਿ ਉਦੋਂ ਲਾਈਵ ਸੈਸ਼ਨ ਚੱਲ ਰਿਹਾ ਸੀ ਔਰ ਉਸ ਟਾਈਮ ਤੇ ਬਰਗਾੜੀ ਮੋਰਚਾ ਲੱਗਾ ਹੋਇਆ ਸੀ। ਪੂਰਾ ਪੰਜਾਬ, ਪੂਰਾ ਹਿੰਦੁਸਤਾਨ ਉਸ ਲਾਈਵ ਸੈਸ਼ਨ ਨੂੰ ਦੇਖ ਰਿਹਾ ਸੀ ਤੇ ਤੁਸੀਂ ਸਿਰਫ ਬੈਨੀਫਿਟ ਲੈਣਾ ਸੀ ਉਸ ਵਕਤ ਤੇ। ਜਦੋਂ ਇਨਸਾਫ ਕਰਨ ਦਾ ਮੌਕਾ ਆਇਆ, ਤੁਸੀਂ ਜਾ ਕੇ ਫਿਰ ਉਹਨਾਂ ਬਾਗਰਾਂ ਨਾਲ ਰਲ ਗਏ, ਕਿਉਂਕਿ ਉਹਨਾਂ ਨੇ ਤੁਹਾਡਾ ਜਿਹੜਾ ਫਾਇਦਾ 2016 ਚ ਕੀਤਾ ਸੀ, 2016 ਚ ਗਵਾਹ ਮੁੱਕਰੇ ਸੀ ਔਰ 2021 ਦੇ ਵਿੱਚ ਆ ਕੇ ਵਕੀਲ ਮੁੱਕਰ ਗਏ ਸਰਕਾਰ ਦੇ। ਜੀ 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 ਗਰਗ ਸਾਹਿਬ, ਨੁਕਸਾਨ ਤੇ ਆਮ ਲੋਕਾਂ ਨੂੰ ਹੋ ਰਿਹਾ ਨਾ, ਨੁਕਸਾਨ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਹੋ ਰਿਹਾ ਨਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ। ਆਪਾਂ ਕਲੀਅਰ ਜੀ ਦੇ ਕਮੈਂਟਸ ਲਈਏ। ਕਲੀਅਰ ਜੀ, ਜਿਸ ਤਰ੍ਹਾਂ ਗਰਗ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਚਾਹੇ ਸੁਖੀ ਰੰਧਾਵਾ ਦੀ ਗੱਲ ਕਰ ਲਈਏ, ਤ੍ਰਿਪਤਿੰਦਰ ਬਾਜਵਾ ਦੀ ਗੱਲ ਕਰ ਲਈਏ, ਨਵਜੋਤ ਸਿੱਧੂ ਦੀ ਗੱਲ ਕਰ ਲਈਏ, ਦੂਜੇ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਝੋਲੀਆਂ ਅੱਡ ਕੇ ਕੈਪਟਨ ਅਮਰਿੰਦਰ ਨੂੰ ਕਿਹਾ ਸੀ ਕਿ ਇਸ ਮਾਮਲੇ ਤੇ ਪੰਜਾਬੀ ਨਿਆਂ ਮੰਗਦੇ ਆ,
ਇਨਸਾਫ ਹੋਣਾ ਚਾਹੀਦਾ ਤੇ ਕੈਪਟਨ ਅਮਰਿੰਦਰ ਨੇ ਉਸੇ ਪੰਜਾਬ ਵਿਧਾਨ ਸਭਾ 'ਚ ਕਿਹਾ ਸੀ ਕਿ ਮੈਂ ਇਨਸਾਫ ਤੇ ਨਿਆਂ ਦੇਵਾਂਗਾ। ਪਰ ਗਰਗ ਸਾਹਿਬ ਬਾਰ-ਬਾਰ ਇਸ ਮੁੱਦੇ ਤੇ ਇਹੀ ਗੱਲ ਕਹਿ ਰਿਹਾ ਹੈ ਕਿ ਬਾਦਲਾਂ ਨੂੰ ਬਚਾਉਣ ਦੇ ਲਈ ਸਹੀ ਢੰਗ ਦੇ ਨਾਲ ਕੇਸ ਨਹੀਂ ਲੜਿਆ ਗਿਆ ਔਰ ਕਰੋੜਾਂ ਰੁਪਏ ਬਰਬਾਦ ਕੀਤੇ ਗਏ। ਤੁਸੀਂ ਕਹਿ ਰਹੇ ਹੋ ਕਿ ਇਸ ਮਾਮਲੇ ਦੇ ਤੇ ਅਕਾਲੀ ਦਲ ਤਾਂ ਕਹਿ ਰਿਹਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ। ਜੀ ਕਲੇਸ਼ ਜੀ। ਦੇਖੋ ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਇਸ ਗੱਲ ਦਾ ਸਭ ਤੋਂ ਵੱਡਾ ਇੱਕ ਦੁੱਖ ਹੈ ਕਿ ਜਿਹੜੀ ਮੌਜੂਦਾ ਕਾਂਗਰਸ ਦੀ ਸਰਕਾਰ ਹੈ, ਇਹਨੇ ਕਰੋੜਾਂ ਰੁਪਈਆ ਸਿਰਫ ਇਸ ਗੱਲ ਤੇ ਲਾਤਾ ਕਿ ਬਾਦਲਾਂ ਨੂੰ ਫਸਾਇਆ ਕਿੱਦਾਂ ਜਾਵੇ। ਇਹਨੇ ਕਰੋੜਾਂ ਰੁਪਈਆ ਸਿਰਫ ਧਰਮ ਦੇ ਨਾਂ ਤੇ ਸਿਆਸਤ ਕਰਨ ਤੇ ਲਾਤਾ। ਅਗਰ ਜਾਂਚ ਨੂੰ ਸਹੀ ਪਾਸੇ ਲੈ ਕੇ ਗਏ ਹੁੰਦੇ, ਹੁਣ ਤੱਕ ਸਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣੇ ਸੀ ਔਰ ਹਾਈ ਕੋਰਟ ਤੋਂ, ਮਾਣਯੋਗ ਹਾਈ ਕੋਰਟ ਤੋਂ ਐਸੀਆਂ ਟਿੱਪਣੀਆਂ, ਐਸੀ ਗੰਭੀਰ ਟਿੱਪਣੀਆਂ ਲੋੜ ਨਹੀਂ ਪੈਣੀ ਸੀ। ਔਰ ਜਿੱਥੇ ਤੱਕ ਕੁੰਵਰ ਵਿਜੇ ਪ੍ਰਤਾਪ ਦਾ ਸਵਾਲ ਹੈ, ਮੈਂ ਚੈਨਲ ਦੇ ਉੱਤੇ ਕਹਿਣਾ, ਕੋਈ ਇਮਾਨਦਾਰ ਅਫਸਰ ਨਹੀਂ ਉਹ ਕੌਂਸਪੀਰੇਟਰ ਹੈ। ਉਹ ਜਾਣ ਬੁੱਝ ਕੇ ਗਲਤ ਇਨਵੈਸਟੀਗੇਸ਼ਨ ਕਰ ਰਿਹਾ ਸੀ ਔਰ ਜਿਹਦਾ ਮਾਪਦੰਡ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਤਾ। ਸਾਡੇ ਕਹਿਣ ਦੀ ਤਾਂ ਗੱਲ ਹੀ ਨਹੀਂ ਰਹੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਨੇ, ਇੱਕ ਮਿੰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਨੇ ਇਹ ਗੱਲ ਕਹੀ ਹੈ ਕਿ ਉਹ ਇੱਕ ਬਾਇਸਡ ਅਫਸਰ ਹੈ, ਉਹ ਫੇਅਰ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ, ਰਾਜਨੀਤੀ ਤੋਂ ਪ੍ਰੇਰਿਤ ਹੈ। ਔਰ ਮੈਂ ਦੂਸਰੀ ਗੱਲ ਪੁੱਛਦਾ, ਇਹ ਸਿੱਟ ਦੇ ਵਿੱਚ ਕੱਲਾ ਕੁੰਵਰ ਵਿਜੇ ਪ੍ਰਤਾਪ ਨਹੀਂ ਸੀ, ਇਹਦੇ ਚੀਫ ਸੀ ਪ੍ਰਮੋਦ ਕੁਮਾਰ, ਇੱਕ ਅਰੁਣਪਾਲ ਆਈਜੀ ਸੀ, ਸਤਿੰਦਰ ਸਿੰਘ ਐਸਐਸਪੀ ਸੀ। ਉਹ ਸਾਰੇ ਬੰਦੇ ਆਪਣੇ ਆਪ ਨੂੰ ਜਾਂਚ ਤੋਂ ਅੱਡ ਕਰ ਚੁੱਕੇ ਨੇ। ਉਹ ਕਹਿੰਦੇ ਸੀ ਕੁੰਵਰ ਵਿਜੇ ਪ੍ਰਤਾਪ ਕਿਉਂ ਵੀ ਸਵਾਲ ਚੱਕਦੇ ਨੇ। ਸਰਕਾਰ ਸਿਆਸਤ ਦੇ ਚੱਕਰ ਚ ਅਸਲ ਦੋਸ਼ੀਆਂ ਨੂੰ ਦੂਰ ਭਜਾਤਾ ਇਹਨਾਂ ਨੇ। ਜੀ ਕਲੇਸ਼ ਜੀ, ਮੈਂ ਸੁਹੇਲ ਜੀ ਤੋਂ ਸਵਾਲ ਦਾ ਜਵਾਬ ਲਵਾਂਗਾ। ਪਰ ਕਲੇਸ਼ ਜੀ, ਇੱਕ ਛੋਟਾ ਜਿਹਾ ਜਿਹੜਾ ਜਵਾਬ ਤੁਹਾਡੇ ਕੋਲੋਂ ਵੀ ਚਾਹੁੰਦਾ, ਜਿਹੜਾ ਗਰਗ ਹੁਣੀ ਆਪ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈ, ਕਿਉਂਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੈ, ਜਿਹੜੀ ਜਾਂਚ ਦੀ ਸੂਈ ਸੀ, ਉਹ ਕਹਿੰਦੇ, ਔਰ ਸੁਹੇਲ ਜੀ ਵੀ ਕਹਿ ਰਹੇ ਕਿ ਬਾਦਲਾਂ ਵੱਲ ਜਾ ਰਹੀ ਸੀ। ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਜਾਣਬੁੱਝ ਕੇ ਟਾਰਗੇਟ ਬਣਾਇਆ ਗਿਆ ਅਕਾਲੀ ਦਲ ਜਾਂ ਬਾਦਲਾਂ ਵੱਲੋਂ। ਸੰਖੇਪ ਦੇ ਵਿੱਚ ਕਲੇਸ਼ ਜੀ। ਨਹੀਂ ਜਗਤਾ, ਮੈਂ ਤਾਂ ਫੇਰ ਦੁਬਾਰਾ ਉਹੀ ਗੱਲ ਕਹਿਣਾ ਜੀ, ਟਾਰਗੇਟ ਅਸੀਂ ਬਣਾਇਆ। ਜਾਂਚ ਰੱਦ ਕੀਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਨੇ, ਤਾਂ ਟਾਰਗੇਟ ਅਸੀਂ ਤਾਂ ਸੱਚ ਬੋਲ ਰਹੇ ਸੀ ਕਿ ਸਹੀ ਜਾਂਚ ਨਹੀਂ ਕਰ ਰਿਹਾ। ਉਹ ਗੱਲ ਇੰਡੋਰਸ ਕਰਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ। ਸੋ ਹੁਣ ਤਾਂ ਪੋਲੀਟੀਕਲ ਗੱਲ ਹੀ ਨਹੀਂ ਰਹੀ, ਹੁਣ ਤਾਂ ਜੁਡੀਸ਼ੀਅਲ ਵਰਡਿਕਟ ਆ ਗਿਆ। ਹੁਣ ਤਾਂ ਉਹਦੀ ਕ੍ਰੈਡੀਬਿਲਿਟੀ, ਕੈਪੇਬਿਲਿਟੀ ਤੇ ਜੁਡੀਸ਼ੀਅਲ ਵਰਡਿਕਟ ਆ ਗਿਆ। ਹਾਈ ਕੋਰਟ ਨੇ ਕਹਿਤਾ ਇਹ ਕੋਈ ਚੰਗਾ ਅਫਸਰ ਨਹੀਂ ਹੈਗਾ। ਥੈਂਕ ਯੂ ਕਲੇਸ਼ ਸਾਹਿਬ, ਤੁਹਾਡੀ ਗੱਲ ਆ ਗਈ। ਥੈਂਕ ਯੂ। ਆਪਾਂ ਜਵਾਬ ਲੈਣੇ ਆ ਸੁਹੇਲ ਜੀ। ਸੁਹੇਲ ਸਾਹਿਬ, ਕਲੇਸ਼ ਜੀ ਬਾਰ-ਬਾਰ ਇਹ ਕਹਿ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਆਇਆ, ਉਹ ਜਿਹੜਾ ਫਤਵਾ ਦਿੱਤਾ ਗਿਆ, ਉਹ ਸਾਫ਼ ਦੱਸਦਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਅਸੀਂ ਟਾਰਗੇਟ ਨਹੀਂ ਬਣਾ ਰਹੇ, ਬਲਕਿ ਉਹਦੇ ਤੇ ਸਵਾਲ ਉੱਠ ਰਹੇ ਇਸ ਮੁੱਦੇ ਤੇ ਲੈ ਕੇ। ਔਰ ਦੋਨਾਂ ਹੀ ਜਿਹੜੀਆਂ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਇਆ ਇਸ ਮਾਮਲੇ ਤੇ ਬਰਬਾਦ ਕੀਤਾ ਗਿਆ। ਨਤੀਜਾ ਕੀ ਸਾਹਮਣੇ ਆਇਆ? ਜੀ ਸੁਹੇਲ ਜੀ। ਦੇਖੋ ਇਦਾਂ ਹੈ ਜੀ, ਮਾਨਯੋਗ ਹਾਈ ਕੋਰਟ ਨੇ ਜਿਹੜਾ ਕੀ ਕਿਹਾ ਕੀ ਨਹੀਂ ਕਿਹਾ, ਬਲੈਕ ਐਂਡ ਵਾਈਟ ਦੇ ਵਿੱਚ ਕੀ ਵਰਡਿੰਗ ਯੂਜ਼ ਕੀਤੀ ਹੈ, ਕਿਉਂ ਕੀਤੀ ਹੈ, ਟੈਕਨੀਕਲ ਗੱਲਾਂ ਨੇ, ਕਾਨੂੰਨੀ ਗੱਲਾਂ ਨੇ, ਤੱਥਾਂ ਦੇ ਆਧਾਰ ਤੇ ਫੈਕਚੁਅਲ ਗੱਲ ਕੀ ਹੈ, ਉਹ ਸਾਰੀਆਂ ਗੱਲਾਂ ਦਾ ਤਾਂ ਜਦੋਂ ਤੱਕ ਆਪਣੇ ਕੋਲ ਸਾਹਮਣੇ ਪੂਰਾ ਫੈਸਲਾ ਨਹੀਂ ਹੁੰਦਾ, ਆਪਾਂ ਉਹਦੇ ਤੇ ਕੋਈ ਲੰਬੀ ਚੌੜੀ ਟਿੱਪਣੀ ਨਹੀਂ ਕਰ ਸਕਦੇ। ਅੱਜ ਦੀ ਡੇਟ ਦੇ ਵਿੱਚ ਇਹੋ ਹੈਗਾ ਕਿ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ ਤੇ ਆ ਜਿਹੜੀ SIT ਦੀ ਰਿਪੋਰਟ ਹੈਗੀ ਹੈ ਉਹਨੂੰ ਰੱਦ ਕਰਕੇ ਦੁਬਾਰਾ ਬਣਾਉਣ ਨੂੰ ਕਿਹਾ ਹੈ। ਜੋ ਵੀ ਹੈਗਾ ਇਸੇ ਕਰਕੇ ਅਸੀਂ ਕਹਿ ਸਕਦੇ, ਇੰਨੇ ਹੀ ਕਹਿ ਸਕਦੇ ਹਾਂ ਕਿ ਫੈਸਲਾ ਸਰਕਾਰ ਦੇ ਉਲਟ ਆਇਆ ਹੈ ਤੇ ਉਹਦੀ ਸਰਕਾਰ ਅਪੀਲ ਕਰੇਗੀ। ਬਾਕੀ ਜੋ ਹੋਰ ਉਹਨਾਂ ਨੇ ਹਾਈ ਕੋਰਟ ਨੇ ਕਿਹਾ ਡਿਟੇਲ ਦੇ ਵਿੱਚ, ਉਹ ਫੈਸਲਾ ਆਉਣ ਤੋਂ ਬਾਅਦ ਹੀ ਜਿਹੜਾ ਹੈਗਾ ਜੀ ਆਪਾਂ ਕੋਈ ਉਹਦੇ ਵਿੱਚ ਇੱਕ ਸਵਾਲ ਬੜਾ ਅਹਿਮ ਹੈ, ਜਿਹੜਾ ਡਿਬੇਟ 'ਚ ਵੀ ਉੱਠ ਰਿਹਾ ਹੈ, ਮੀਡੀਆ 'ਚ ਵੀ ਉੱਠ ਰਿਹਾ ਹੈ, ਜਿੱਥੇ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਉਸ ਖਿੱਤੇ ਦੇ ਲੋਕ ਵੀ ਇਸ ਮਾਮਲੇ ਨੂੰ ਉਠਾ ਰਹੇ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਕਈ ਮੰਤਰੀ ਭੇਜੇ ਜਦੋਂ ਉੱਥੇ ਧਰਨਾ ਲੱਗਿਆ ਸੀ ਨਿਆਂ ਦੇਣ ਦੇ ਲਈ, ਜਿਹਦੇ 'ਚ ਜਥੇਦਾਰ ਸਾਹਿਬਾਨ ਤੇ ਹੋਰ ਜਿਹੜੇ ਹੈਗੇ ਧਾਰਮਿਕ ਹਸਤੀਆਂ ਵੱਲੋਂ, ਜਨ ਸਿੰਘ ਮੰਡ, ਬਾਕੀ ਦਾਦੂਵਾਲ ਜੀ, ਹੋਰ ਕਈ ਏਦਾਂ ਦੀਆਂ ਧਾਰਮਿਕ ਹਸਤੀਆਂ ਵੱਲੋਂ ਉੱਥੇ ਧਰਨਾ ਪ੍ਰੋਟੈਸਟ ਮਾਰਚ ਕੀਤਾ ਗਿਆ। उसके उत्ते जाके मंत्रियों ने बेकायदा त्रिवेंद्र बाजवा दूजे मंत्रियों ने जाके कहा कि जी धरना खत्म कर दो, असीं इंसाफ जां न्याय देवांगे। हुण वो मंड साहब ते भी सवाल उठ रहे ते दूजियां ते भी सवाल उठे है जी वो जिहड़ा भरोसा दिता गया सी धरना उठाउण दे लई, वो मंत्री कित्थे गए भरोसा देण वाले? हुण तां कुछ भी नज़र नहीं आ रहा। एक ये भी बहुत वड्डा खिलाफ वैक्यूम जिहड़ा नज़र आ रहा इस वेले। सुहैल जी देखो ਜਿਹੜਾ ਭਰੋਸਾ ਦਿੱਤਾ ਗਿਆ ਸੀਗਾ ਉਹਦੇ ਮੁਤਾਬਕ ਉਹ ਵਿਧਾਨ ਸਭਾ ਦੇ ਵਿੱਚ ਕਾਰਵਾਈ ਵੀ ਹੋਈ ਹੈਗੀ ਹੈ, SIT ਵੀ ਬਣੀ ਹੈਗੀ ਹੈ, ਵਧੀਆ SIT ਬਣੀ ਹੈ, ਤਫਤੀਸ਼ ਵੀ ਹੋਈ ਹੈ। ਲੇਕਿਨ ਜਦੋਂ ਤੱਕ ਕੇਂਦਰ ਦੇ ਵਿੱਚ ਅਕਾਲੀ ਦਲ BJP ਦਾ ਹਿੱਸਾ ਰਿਹਾ ਹੈ ਤੇ ਮੈਡਮ ਬਾਦਲ ਉੱਥੇ ਮੰਤਰੀ ਰਹੇ ਹੈ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ
ਵਾਲੀ ਕੋਲ ਜੋ ਫਾਈਲਾਂ ਸੀਗੀਆਂ ਉਹ SIT ਕੋਲ ਨਾ ਆਉਣ, ਪੰਜਾਬ ਪੁਲਿਸ ਕੋਲ ਨਾ ਆਉਣ, ਉਹਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੇ ਉਹ ਫਾਈਲਾਂ ਉਦੋਂ ਹੀ ਪੰਜਾਬ ਦੇ ਵਿੱਚ ਆਈਆਂ, ਪੰਜਾਬ ਪੁਲਿਸ ਕੋਲ SIT ਉਦੋਂ ਹੀ ਆਈਆਂ ਜਦੋਂ ਬੀਬੀ ਬਾਦਲ ਨੇ ਰਿਜ਼ਾਈਨ ਕੀਤਾ ਤੇ ਅਕਾਲੀ ਦਲ ਨੇ BJP ਤੋਂ ਜਿਹੜਾ ਹੈਗਾ ਤੋੜ ਵਿਛੋੜਾ ਕੀਤਾ। ਉਸ ਤੋਂ ਬਾਅਦ ਹੀ ਆਈਆਂ ਤੇ ਉਸ ਤੋਂ ਬਾਅਦ ਹੀ ਫਿਰ ਇੱਕਦਮ ਜਿਹੜੀ ਹੈਗੀ ਹੈ ਫਾਈਨਲਾਈਜ਼ ਹੋਈ ਜਿਹੜੇ ਰਿਪੋਰਟਸ SIT ਦੀਆਂ। ਸੋ ਇਹ ਕਹਿਣਾ ਕਿ ਅਸੀਂ ਸਰਕਾਰ ਨੇ ਕੀਤਾ, ਕੋਈ ਨਹੀਂ ਕੀਤਾ ਹੈਗਾ, ਸਰਕਾਰ ਨੇ ਕੀਤਾ ਜੀ, ਲੇਕਿਨ ਵਿੱਚ ਅੜਚਣਾਂ ਆਉਂਦੀਆਂ ਨੇ, ਉਹ ਦੇਖੋ ਆਈਆਂ ਨੇ। ਹੁਣ ਵੀ ਇਹ ਜਿਹੜੀ ਹੈਗੀ ਅੜਚਣ ਮੈਂ ਪਹਿਲੇ ਕਹਿ ਚੁੱਕਾ ਹੈਗਾ, ਇਹ ਵੱਡੀ ਅੜਚਣ ਆ ਗਈ ਹੈ ਜੀ ਆਪਣੀ ਹੁਣ। ਓਕੇ ਥੈਂਕ ਯੂ ਸੁਹੇਜ ਜੀ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ, ਮਿਹਰਬਾਨੀ। ਇਸ ਮੁੱਦੇ ਤੇ ਫੇਰ ਆ ਰਿਹਾ ਤੁਹਾਡੇ ਵੱਲ। ਗਰਗ ਸਾਹਿਬ, ਸੁਹੇਜ ਜੀ ਕਹਿੰਦੇ ਕਿ ਅੜਚਣਾਂ ਜ਼ਰੂਰ ਆਈਆਂ ਪਰ ਸਰਕਾਰ ਨੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਔਰ ਇਸ ਮੁੱਦੇ ਤੇ ਅਸੀਂ ਲੜਾਈ ਲੜਾਂਗੇ। ਜਿਹੜਾ ਭਰੋਸਾ ਦਿੱਤਾ ਗਿਆ ਸੀ, ਜਿਹੜੀ ਤੁਸੀਂ ਵਿਧਾਨ ਸਭਾ ਦੀ ਜ਼ਿਕਰ ਕਰਦੇ ਹੋ, ਕਹਿੰਦੇ ਸਿੱਟ ਬਣਾਈ, ਉਹਦੇ ਮੁਤਾਬਕ ਕਾਰਵਾਈ ਹੋਈ, ਪਰ ਉਹ ਮੰਨਦੇ ਆ ਕਿ ਇਸ ਮਾਮਲੇ 'ਚ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਹੈਗਾ ਝਟਕਾ ਲੱਗਿਆ, ਕੋਈ ਗੱਲ ਦੀ ਕਾਮਯਾਬੀ ਨਹੀਂ ਹੋਈ। ਜੀ ਗਰਗ ਸਾਹਿਬ, ਪਰ ਹੁਣ ਆਪਾਂ ਸਿੱਧੂ ਸਾਹਿਬ ਕਿ ਗੱਲ ਕਿਸੇ ਗਰਗ ਸਾਹਿਬ ਗੱਲ ਕਿਸੇ ਤਣ ਪੱਤਣ ਲੱਗੇ ਲੱਗਦੀ ਨਜ਼ਰ ਆਏਗੀ, ਕਿਵੇਂ ਲੱਗਦਾ ਹੈ? ਜਗਤਾਰ ਜੀ, ਇਹ ਅੜਚਣਾ ਇਹਨਾਂ ਨੂੰ ਨਹੀਂ ਆਈਆਂ, ਅੜਚਣਾ ਉਹਨਾਂ ਲੋਕ ਪਸੰਦ ਜਾਣੀ ਕਿ ਇਨਸਾਫ ਪਸੰਦ ਲੋਕਾਂ ਨੂੰ ਆ ਰਹੀਆਂ ਨੇ, ਜਿਹੜੇ ਇਨਸਾਫ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਹੈ। ਲੋਕ ਇਹਨਾਂ ਦੀਆਂ ਚਿਗੜੀਆਂ ਚੋਪੜੀਆਂ ਗੱਲਾਂ 'ਚ ਆ ਗਏ ਕਿਉਂਕਿ ਉਸ ਵਕਤ ਹੈ ਸ਼੍ਰੀ ਗੁਰੂ ਗੁਟਕਾ ਸਾਹਿਬ ਦੀ ਵੀ ਜਿਹੜੀ ਕਿ ਇਹਨਾਂ ਨੇ ਸਹੁੰ ਚੁੱਕੀ ਸੀ, ਉਦੋਂ ਤਾਂ ਬੜੀਆਂ ਭਾਵੁਕ ਗੱਲਾਂ ਇਹਨਾਂ ਨੇ ਕੀਤੀਆਂ ਸੀ। ਅੜਚਨ ਤਾਂ ਚਲੋ ਇਸ ਮੁੱਦੇ ਦੀ ਗੱਲ ਕਰ ਰਹੇ ਨੇ, ਕਿਹੜਾ ਮੁੱਦਾ ਹੈਗਾ ਜਿੱਥੇ ਇਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਉਸ ਨੂੰ ਪੂਰਾ ਕੀਤਾ ਹੋਵੇ? ਅੱਜ ਵੀ ਨਸ਼ਿਆਂ ਦਾ ਉਹੀ ਹਾਲ ਹੈ, ਅੱਜ ਵੀ ਬੇਰੁਜ਼ਗਾਰੀ ਦਾ ਉਹੀ ਹਾਲ ਹੈ, ਅੱਜ ਵੀ ਨਹੀਂ। ਮੇਰੀ ਗੱਲ ਕਰ ਲੈ, ਮੈਂ ਇਸੇ ਮੁੱਦੇ ਤੇ ਆ ਰਿਹਾ ਤੂੰ ਜਗਤਾਰ ਜੀ, ਮੈਂ ਇਸੇ ਮੁੱਦੇ ਤੇ ਆ ਰਿਹਾ। ਏਦਾਂ ਨਹੀਂ ਹੈਗਾ ਕਿ ਜੋ ਤੁਸੀਂ ਚਾਹੋਗੇ ਮੈਂ ਉਹ ਬੋਲਾਂਗਾ, ਠੀਕ ਹੈ ਨਾ? ਜੇ ਤੁਸੀਂ ਮੈਨੂੰ ਨਹੀਂ ਸਰ, ਮੈਂ ਬੇਅਦਬੀ ਬੋਲਾਂਗਾ। ਸਰ ਮੇਰੀ ਬੇਨਤੀ ਹੈ ਕਿ ਬੇਅਦਬੀ ਦੇ ਮੁੱਦੇ ਤੇ ਮੈਂ ਬੇਅਦਬੀ ਦੇ ਮੁੱਦੇ ਤੇ ਆ ਰਿਹਾ ਸਰ, ਮੈਂ ਬੇਅਦਬੀ ਦੇ ਮੁੱਦੇ ਤੇ ਆ ਰਿਹਾ ਕਿਉਂਕਿ ਇੱਕ ਜਾਨੀ ਕਿ ਜਿਹੜਾ ਤੁਸੀਂ ਖਾਕਾ ਤੇ ਦੱਸੋਗੇ ਕਿ ਨਾ, ਤੁਸੀਂ ਦੱਸੋ ਕੀ ਇਹਨਾਂ ਨੇ ਨਸ਼ੇ ਖਤਮ ਕਰਤੇ, ਕੀ ਇਹਨਾਂ ਨੇ ਖੁਦਕਸ਼ੀਆਂ ਖਤਮ ਕਰਤੀਆਂ, ਕੀ ਇਹਨਾਂ ਨੇ ਘਰ ਘਰ ਨੌਕਰੀਆਂ ਦੇਤੀਆਂ? ਸਾਰਾ ਕੁਝ ਤਾਂ ਇਹਨਾਂ ਤੋਂ ਕਿਵੇਂ ਉਮੀਦ ਕਰੀਏ ਕਿ ਇਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇ ਦੇਣਗੇ? ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈ। ਜਦੋਂ ਇਹ ਰਾਜਨੀਤਿਕ ਗਿਣਤੀਆਂ ਮਿਣਤੀਆਂ 'ਚ ਪੈਣਗੇ, ਸਜ਼ਾ ਹੋ ਹੀ ਨਹੀਂ ਸਕਦੀ, ਇਨਸਾਫ ਮਿਲ ਹੀ ਨਹੀਂ ਸਕਦਾ। ਇਹ ਅੜਚਨ ਤਾਂ ਲੋਕ ਹੁਣ 2022 'ਚ ਦੂਰ ਕਰਨਗੇ। ਜੇਕਰ ਸਾਨੂੰ ਲੋਕਾਂ ਨੇ ਮੌਕਾ ਬਖਸ਼ਿਆ ਤਾਂ ਅਸੀਂ ਦੱਸਾਂਗੇ ਕਿ ਦੋਸ਼ੀ ਸਲਾਖਾਂ ਦੇ ਪਿੱਛੇ ਕਿਵੇਂ ਜਾਂਦੇ ਆ, ਉਹ ਅਸੀਂ ਕਰਕੇ ਦਿਖਾਵਾਂਗੇ। ਬਿਲਕੁਲ ਗਰਗ ਸਾਹਿਬ, ਜਿਹੜਾ ਹੈਗਾ 22 ਵੀ ਦੂਰ ਨਹੀਂ ਹੈ, ਲੋਕ ਦੇਣਗੇ ਫੈਸਲਾ। ਕਲੀਅਰ ਸਾਹਿਬ, ਪਲੀਜ਼ ਜੀ, ਸਪੈਸੀਫਿਕ ਕੁਐਸਚਨ ਜਿਹੜਾ ਸੁਹੇਜ ਜੀ ਨੇ ਗੱਲ ਕਹੀ ਹੈ ਕਿ ਜਦ ਤੱਕ ਬੀਬਾ ਹਰਸਿਮਰਤ ਕੇਂਦਰ 'ਚ ਮੰਤਰੀ ਸੀ ਤਦ ਤੱਕ ਸਿੱਟ ਕੋਲੇ ਜਾਣ ਤੋਂ ਫਾਈਲਾਂ ਰੁਕਦੀਆਂ ਰਹੀਆਂ, ਰੁਕਾਵਟ ਰਹੀ। ਜਦੋਂ ਹੀ ਬੀਬਾ ਜੀ ਨੇ ਉੱਥੋਂ ਅਸਤੀਫਾ ਦਿੱਤਾ, ਉਦੋਂ ਬਾਅਦ ਫਾਈਲਾਂ ਵੀ ਤੜਾਤੜ ਆਉਣ ਲੱਗੀਆਂ। ਉਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ। ਉਹ ਕਹਿੰਦੇ ਕਿ ਬਾਦਲ ਲਗਾਤਾਰ ਕੇਂਦਰੀ ਕੈਬਨਿਟ ਦੇ ਰਾਹੀਂ ਵੀ ਇਸ ਮਾਮਲੇ 'ਚ ਅੜਚਣਾਂ ਖੜੀਆਂ ਕਰਦੇ ਰਹੇ। ਨਹੀਂ, ਮੈਂ ਤਾਂ ਫਿਰ ਜਗਤਾਰ ਜੀ ਉੱਥੇ ਕਹੂੰਗਾ ਕਿ ਪਹਿਲਾਂ ਤਾਂ ਸਵੈਦ ਸਾਹਿਬ ਇਹ ਦੱਸਣ ਕਿ ਜਦੋਂ CBI ਨੂੰ ਜਾਂਚ ਗਈ ਸੀ, ਕਿਹਦੇ ਕਹਿਣ ਤੇ ਗਈ ਸੀ? ਕਾਂਗਰਸ ਦੀ ਡਿਮਾਂਡ ਦੇ ਉੱਤੇ ਕਾਂਗਰਸ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਤੇ ਭਰੋਸਾ ਨਹੀਂ, CBI ਨੂੰ ਭੇਜੋ, ਤਾਂ ਜਾਂਚ CBI ਨੂੰ ਗਈ। ਔਰ ਦੂਸਰੇ ਪਾਸੇ ਕੱਲੀ ਬੇਅਦਬੀ ਦੀ ਜਾਂਚ CBI ਕੋਲੇ ਸੀ, ਬਹਿਬਲ ਕਲਾਂ ਦੀ ਤਾਂ ਸ਼ੁਰੂ ਤੋਂ ਪੰਜਾਬ ਪੁਲਿਸ ਕੋਲੇ ਹੈ, ਆਹੀ ਕੁੰਵਰ ਵਿਜੇ ਪ੍ਰਤਾਪ ਕੋਲੇ ਸੀਗੀ। ਉਹਦੇ 'ਚ ਕੀ ਕਰ ਲਿਆ ਇਹਨਾਂ ਨੇ 4.5 ਸਾਲ 'ਚ? ਸਿਰਫ ਇਲਜ਼ਾਮ ਲਾਉਣਾ ਇੱਕ ਡਿਫਰੈਂਟ ਇਸ਼ੂ ਹੈ। ਬੇਅਦਬੀ ਦੀ ਜਾਂਚ CBI ਕਰ ਰਹੀ ਸੀ, ਗੋਲੀ ਕਾਂਡ ਦੀ ਜਾਂਚ ਕਦੇ ਵੀ CBI ਕੋਲੇ ਨਹੀਂ ਸੀ। ਗੋਲੀ ਕਾਂਡ ਦੀ ਜਾਂਚ ਹਮੇਸ਼ਾ ਤੋਂ ਪੰਜਾਬ ਪੁਲਿਸ ਕੋਲੇ ਰਹੀ ਹੈ। ਸੋ 4.5 ਸਾਲ 'ਚ ਸਵੈਦ ਸਾਹਿਬ ਦੱਸ ਦੇਣ ਕਿ ਉਹਦੇ 'ਚ ਪੰਜਾਬ ਪੁਲਿਸ ਨੇ ਕਿਹੜੇ ਵੱਡੇ ਤਗਮੇ ਲਾਤੇ ਜਾਂਚ। CBI ਦੀ ਜਾਂਚ ਤਾਂ ਅਕਾਲੀ ਦਲ ਦੇ ਸਮੇਂ 'ਚ ਆਈ ਨਾ। CBI ਦੀ ਜਾਂਚ ਕਾਂਗਰਸ ਦੇ ਕਹਿਣ, ਕਲੀਅਰ ਕਰ ਦਿੰਦਾ, ਮੈਂ ਫਿਰ ਕਹਿ ਦਿੰਦਾ ਕਿ ਇਹਨਾਂ ਦੇ ਕਹਿਣ ਤੇ ਹੀ ਗਈ ਕੇਂਦਰ ਨੂੰ, ਇਹਨਾਂ ਨੇ ਭੇਜੀ। ਫਿਰ ਫਾਰਮੈਲਿਟੀਜ਼ ਨੇ, CBI ਤੋਂ ਕੋਈ ਜਾਂਚ ਲੈਣੀ ਉਹ ਇਹਨਾਂ ਦਾ ਕੰਮ ਸੀ। ਇਹ ਜਦੋਂ ਮੁਖਤਾਰ ਅੰਸਾਰੀ ਵਰਗੇ ਮੁੱਦੇ ਤੇ ਕਰੋੜਾਂ ਰੁਪਈਆ ਸੁਪਰੀਮ ਕੋਰਟ ਖਰਚਦੇ ਨੇ ਤਾਂ ਉਦੋਂ ਉੱਥੇ ਮੁਕਲ ਰੋਹਤਗੀ ਕਰਕੇ ਲੈ ਆਉਂਦੇ। ਜਾਂਚ ਲਿਆਉਣੀ ਤਾਂ ਲੈ ਆਉਂਦੇ ਨਾ। ਇਹ ਜਦੋਂ ਜਿਹੜੇ ਮੁੱਦੇ ਇਹਨਾਂ ਨੂੰ ਸੂਟ ਕਰਦੇ ਨੇ ਉਹਨਾਂ ਤੇ ਤਾਂ ਸੁਪਰੀਮ ਕੋਰਟ ਕਰੋੜਾਂ ਰੁਪਈਆ ਖਰਚ ਦਿੰਦੇ ਨੇ। ਜਦੋਂ ਜਾਂਚ ਆਣੀ ਸੀ ਫਿਰ ਟਾਈਮ ਲੱਗ ਗਿਆ। ਸੋ ਮੈਂ ਤਾਂ ਕਹੂੰ ਦੋਹਰੇ ਮਾਪਦੰਡ ਨਾ ਕਰੋ। ਹੁਣ ਆਪਦੀ ਨਾਕਾਮੀ ਨੂੰ ਫੇਰ ਦੁਬਾਰਾ ਇਸ ਗੱਲ ਤੇ ਨਾ ਕਹੋ ਕਿ ਸ਼੍ਰੋਮਣੀ ਅਕਾਲੀ ਦਲ ਕਰਕੇ ਨਹੀਂ ਆਈ, ਕਿਉਂਕਿ ਤੁਹਾਡੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਅਗਰ ਕਿਸੇ ਦੀ ਚੱਲਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੱਲਦੀ ਹੈ। ਫਿਰ ਤਾਂ ਮੈਂ ਕਹੂੰਗਾ ਕਿ ਭਾਈ ਤੁਸੀਂ ਅਸਤੀਫਾ ਦੇ ਕੇ ਲਾਂਭੇ ਹੋ ਜਾਓ, ਫਿਰ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਵਧੀਆ ਚਲਾ ਲੂ, ਤੁਹਾਡੇ ਤੋਂ ਵਧੀਆ ਚਲਾ ਕੇ। ਚਲੋ ਓਕੇ, ਥੈਂਕ ਯੂ ਵੈਰੀ ਮਚ। ਕਲੀਅਰ ਜੀ, ਤੁਹਾਡੀ ਗੱਲ ਆ ਗਈ, ਥੈਂਕ ਯੂ। ਸੁਹੇਜ ਜੀ, ਸੁਣਿਆ ਤੁਸੀਂ, ਉਹਨਾਂ ਨੇ ਕਿਹਾ ਜੇ ਕੈਪਟਨ ਅਮਰਿੰਦਰ ਇਨਸਾਫ ਨਹੀਂ ਦੇ ਸਕਦਾ ਤਾਂ ਕਹਿੰਦੇ ਫਿਰ ਪਾਸੇ ਹੋ ਜਾਓ ਅਸਤੀਫਾ ਦੇ ਕੇ। ਗਰਗ ਸਾਹਿਬ ਵੀ ਕਹਿ ਰਹੇ ਆ ਕਿ ਕੈਪਟਨ ਅਮਰਿੰਦਰ ਅਸਤੀਫਾ ਦੇ ਦੇਣ ਜੇ ਇਦਾਂ ਦੇ ਮੁੱਦਿਆਂ ਦੇ ਉੱਤੇ ਵੀ ਜਦੋਂ ਵਾਅਦਾ ਕਰਕੇ ਆਏ ਸੀ ਉਸ ਗੱਲ ਨੂੰ ਨਿਪਰੇ ਨਹੀਂ ਚਾੜ ਸਕੇ। ਜੀ ਸੁਹੇਜ ਸਾਹਿਬ, ਦੇਖੋ, ਜਦੋਂ ਘਟਨਾਵਾਂ ਹੋਈਆਂ
14 ਅਕਤੂਬਰ 2015 ਦੀ ਜਿਹੜੀ ਹੈਗਾ ਕਾਂਡ ਹੋਇਆ ਇਹ, ਉਦੋਂ ਅਕਾਲੀ ਦਲ ਸਰਕਾਰ ਸੀਗੀ, ਅਸੀਂ ਆਪੋਜੀਸ਼ਨ ਸੀਗੇ ਤੇ ਸਾਨੂੰ ਪਤਾ ਸੀ ਕਿ ਇਹ ਇਦਾਂ ਜਦੋਂ ਸਰਕਾਰ ਦੇ ਰਹਿੰਦੇ ਆ ਨਿਰਪੱਖ ਜਾਂਚ ਨਹੀਂ ਹੋ ਸਕਦੀ, ਇਸ ਕਰਕੇ ਡਿਮਾਂਡ ਕੀਤੀ ਗਈ ਸੀਬੀਆਈ ਦੀ, ਕਿਉਂਕਿ ਸੀਬੀਆਈ ਤੇ ਵਿਸ਼ਵਾਸ ਲੋਕਾਂ ਦਾ ਬਣਿਆ ਹੋਇਆ ਸੀਗਾ, ਬਹੁਤ ਬਣਿਆ ਹੋਇਆ ਸੀਗਾ ਤੇ ਸੀਬੀਆਈ ਨੇ ਇਨਕੁਆਇਰੀ ਕੀ ਤੇ ਉੱਥੇ ਲੇਕਿਨ ਹੋਇਆ ਉਲਟ ਕਿ ਸੀਬੀਆਈ ਨੇ 3 ਸਾਲ ਦੇ ਵਿੱਚ ਪੂਣੀ ਨਹੀਂ ਕੱਤੀ, ਕੀਤਾ ਹੀ ਕੁਝ ਨਹੀਂ ਹੈਗਾ, ਪਹਿਲਾਂ ਤੇ ਬੈਠੇ ਰਹੇ ਉਹ, ਕਿਉਂਕਿ ਇਹ ਚਲੋ ਮਾਮਲਾ ਆਪਣੇ ਜੀ ਤੁਸੀਂ ਆਪਣੇ ਪ੍ਰੋਫੈਸ਼ਨ 'ਚ ਬਹੁਤ ਸੀਨੀਅਰ ਹੋ, ਪਰ ਫਿਰ ਵੀ ਜਿਹੜੇ ਕਮੈਂਟਸ ਮੈਂ ਤੁਹਾਨੂੰ ਯਾਦ ਇਸ ਲਈ ਕਰਾਉਣਾ ਜੋ ਮੀਡੀਆ 'ਚ ਬਾਰ-ਬਾਰ ਆਉਂਦੇ ਆ ਕਿ ਸੀਬੀਆਈ ਬਾਰੇ ਤਾਂ ਅਕਸਰ ਹੀ ਕਿਹਾ ਜਾਂਦਾ ਰਿਹਾ ਕਿ ਕੇਂਦਰ ਦੀ ਜਿਹੜੀ ਇਹ ਤੋਤਾ ਏਜੰਸੀ ਹੈ, ਜੋ ਕੇਂਦਰ ਕਹਿੰਦਾ ਉਹਦੇ ਮੁਤਾਬਕ ਹੁੰਦੀ ਹੈ, ਤੇ ਕਾਂਗਰਸ ਨੇ ਉਦੋਂ ਫਿਰ ਸੀਬੀਆਈ ਦੀ ਮੰਗ ਕੀਤੀ ਤਾਂ ਪਤਾ ਹੀ ਸੀ ਨਾ ਵੀ ਇਹ ਕੁਛ ਆਏਗਾ। ਦੇਖੋ ਮੁਸ਼ਕਲ ਇਹ ਸੀਗੀ, ਪੰਜਾਬ ਦੇ ਵਿੱਚ ਅਕਾਲੀ ਗਵਰਨਮੈਂਟ ਸਰਕਾਰ ਸੀਗੀ, ਦੋਸ਼ ਅਕਾਲੀਆਂ ਤੇ ਸੀਗੇ, ਉਦੋਂ ਜਿਹੜੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸੀਗੇ, ਸੋ ਉਸ ਵੇਲੇ ਪੰਜਾਬ ਪੁਲਿਸ ਤੋਂ ਕੋਈ ਐਕਸਪੈਕਟ ਕਰਨੀ, ਉਮੀਦ ਕਰਨੀ ਕਿ ਉਹ ਇਨਸਾਫ ਕਰਨਗੇ ਬਿਲਕੁਲ ਨਹੀਂ ਸੋਦਾ, ਇਸ ਕਰਕੇ ਆਲਟਰਨੇਟਿਵ ਬੈਟਰ ਆਲਟਰਨੇਟਿਵ ਸੀਬੀਆਈ ਸੀ। ਲੇਕਿਨ ਸੀਬੀਆਈ ਨੇ ਜੋ ਕੀਤਾ ਸਾਰਿਆਂ ਸਾਹਮਣੇ ਹੈਗਾ ਤੇ ਫਾਈਲਾਂ ਤੱਕ ਦਿੱਤੀਆਂ ਹੈਗੀਆਂ, 3 ਸਾਲ 'ਚ ਕੀਤਾ ਕੁਝ ਨਹੀਂ ਹੈਗਾ, ਇਹ ਤਾਂ ਔਨ ਰਿਕਾਰਡ ਹੈ ਨਾ ਜੀ, ਇਹ ਤਾਂ ਮਾਨਯੋਗ ਹਾਈ ਕੋਰਟ ਨੇ ਜਦੋਂ ਇਹਨਾਂ ਨੇ ਆਬਜੈਕਸ਼ਨ ਕੀਤਾ ਕਿ ਇਹ ਤੋਂ ਕੇਸ ਵਾਪਸ ਨਹੀਂ ਆ ਸਕਦਾ, ਇਹ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈਗਾ ਕਿ ਸੀਬੀਆਈ ਨੇ 3 ਸਾਲ ਦੇ ਵਿੱਚ ਕੁਝ ਨਹੀਂ ਕੀਤਾ, ਇਸ ਕਰਕੇ ਜੋ ਐਸਆਈਟੀ ਬਣਾਈ ਹੈ ਬਿਲਕੁਲ ਸਹੀ ਬਣੀ ਹੈਗੀ ਹੈ ਤੇ ਇਹਦੀ ਜਿਹੜੀ ਹੈਗੇ ਫਾਈਲਾਂ ਇੱਥੇ ਆਉਣੀ ਚਾਹੀਦੀਆਂ ਨੇ, ਇਹ ਤਾਂ ਮਾਨਯੋਗ ਹਾਈ ਕੋਰਟ ਨੇ ਕਿਹਾ ਤੇ ਇਹ ਸਾਰਾ ਜਿਹੜਾ ਹੈਗਾ ਵਰਤਾਰਾ ਚੱਲਦਾ ਰਿਹਾ ਸਾਡੇ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਬਿਲਕੁਲ ਜਿਹੜਾ ਜੀ ਸੋਏ ਜੀ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜੇ ਕੈਪਟਨ ਅਮਰਿੰਦਰ ਨਿਆਂ ਨਹੀਂ ਦੇ ਸਕਦਾ ਤਾਂ ਅਸਤੀਫਾ ਦੇ ਕੇ ਪਾਸੇ ਹੋ ਜਾਣਾ। ਚਲੋ ਇਹ ਤਾਂ ਵਿਰੋਧੀਆਂ ਦਾ ਮੰਗ ਕਰਨੀ ਜ਼ਰੂਰੀ ਹੁੰਦੀ ਹੈ ਜੀ, ਉਹਨਾਂ ਨੇ ਕਰਨੀ ਹੁੰਦੀ ਹੈ। ਮੈਂ ਕੁਝ ਕਹਿਣਾ ਚਾਹੁੰਦਾ ਜੀ ਥੈਂਕ ਯੂ ਸਰ ਜੀ। ਕਲੀਅਰ ਜੀ ਮੈਂ ਤੁਹਾਡੇ ਕਮੈਂਟਸ ਜ਼ਰੂਰ ਲਵਾਂਗਾ ਸੰਖੇਪ ਵਿੱਚ, ਕਿਉਂਕਿ ਗਰਗ ਸਾਹਿਬ ਦੇ ਕਮੈਂਟਸ ਵੀ ਆਪਾਂ ਲੈਣੇ ਆ, ਸਮਾਂ ਵੀ ਘੱਟ ਹੈ। ਕਲੀਅਰ ਸਾਹਿਬ। ਨਹੀਂ, ਮੈਂ ਤਾਂ ਜਗਤਾਰ ਜੀ ਸਵੈਤ ਸਾਹਿਬ ਨੂੰ ਇਹ ਗੱਲ ਕਹੂੰਗਾ ਕਿ ਹਲੇ ਵੀ ਵਕਤ ਹੈ, ਇਹ ਜਿਹੜੀ ਧਰਮ ਦੇ ਨਾਂ ਤੇ ਸਿਆਸਤ ਕਰਨੀ ਕਾਂਗਰਸ ਬਿਲਕੁਲ ਬੰਦ ਕਰ ਦੇਵੇ, ਔਰ ਹਲੇ ਵੀ ਜਿਹੜਾ ਤੁਹਾਡੇ ਕੋਲ 6 ਮਹੀਨੇ ਦਾ ਸਮਾਂ ਰਹਿ ਗਿਆ, ਇਹਦੀ ਕੋਈ ਵਧੀਆ ਸਿੱਟ ਬਣਾ ਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲੈ ਆਓ, ਨਹੀਂ ਲੋਕਾਂ ਨੇ ਬਖਸ਼ਣਾ ਨਹੀਂ, ਪੰਜਾਬ ਨੇ ਕਦੇ ਬਖਸ਼ਣਾ ਨਹੀਂ ਇਸ ਗੱਲ ਨੂੰ। ਥੈਂਕ ਯੂ ਵੈਰੀ ਮਚ। ਕਲੀਅਰ ਜੀ ਤੁਹਾਡੀ ਗੱਲ ਆ ਗਈ। ਪਲੀਜ਼ ਗਰਗ ਸਾਹਿਬ ਕਲੀਅਰ ਜੀ ਦਾ ਕਹਿਣਾ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਇਦਾਂ ਦੀਆਂ ਰਾਸ਼ੀ ਰੋਟੀਆਂ ਸੇਕਣੀਆਂ ਬੰਦ ਕਰੋ, ਨਵੀਂ ਸਿੱਟ ਬਣਾਓ ਔਰ ਜਾਂਚ ਸਾਹਮਣੇ ਲੱਗਦਾ ਹੈ ਕਿ ਕੋਈ ਗੱਲ ਸਿਰੇ ਲੱਗੇਗੀ। ਆਖਰੀ ਕਮੈਂਟ ਗਰਗ ਸਾਹਿਬ। ਦੇਖੋ ਅਸੀਂ ਤੇ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਰਾਜਨੀਤੀ 'ਚ ਧਰਮ ਹੋਣਾ ਚਾਹੀਦਾ ਹੈਗਾ ਔਰ ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ। ਨਵੀਆਂ ਸਿੱਟਾਂ ਬਣਾਉਣ ਦਾ ਕੋਈ ਬੈਨੀਫਿਟ ਨਹੀਂ ਹੈਗਾ। ਇਸ ਨੂੰ ਡਬਲ ਬੈਂਚ ਦੇ ਕੋਲੇ, ਹਾਈ ਕੋਰਟ ਦੇ ਡਬਲ ਬੈਂਚ ਕੋਲੇ ਦੁਬਾਰਾ ਜਾਇਆ ਜਾਣਾ ਚਾਹੀਦਾ ਹੈਗਾ, ਕਿਉਂਕਿ ਬਾਰ-ਬਾਰ ਸਿੱਟਾਂ ਬਣਾਉਣ ਦਾ ਮਤਲਬ, ਜਿੱਦਾਂ ਮੈਂ ਪਹਿਲਾਂ ਵੀ ਆਖਿਆ, ਹਰ ਸਿੱਟ ਦਾ ਜਿਹੜੇ ਕਿ ਆਪਣਾ ਨਜ਼ਰੀਆ ਹੋਏਗਾ, ਉਹਦਾ ਬੈਨੀਫਿਟ ਆਫ ਡਾਊਟ ਜਿਹੜਾ ਹੈਗਾ ਉਸ ਨੂੰ ਮਿਲੇਗਾ। ਦੂਸਰੀ ਗੱਲ ਆਖਰੀ ਮੈਂ ਕਹਿ ਦਿਆਂ, ਇੱਥੇ ਸਵੈਤ ਸਾਹਿਬ ਬਿਲਕੁਲ ਝੂਠ ਬੋਲ ਰਹੇ ਆ ਔਰ ਕਲੇਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਆ। ਇਹ ਦੋ ਵੱਖਰੇ ਮਾਮਲੇ ਹੈਗੇ ਆ। ਬਹਿਬਲ ਕਲਾਂ ਕੋਟਕਪੂਰਾ ਕਾਂਡ ਜਿਹੜਾ ਹੈਗਾ ਉਹ ਵੱਖਰਾ ਮਸਲਾ ਹੈਗਾ, ਸਰੂਪਾਂ ਦਾ ਚੋਰੀ ਹੋਣਾ, ਉਹਦਾ ਦੀ ਬੇਅਦਬੀ ਹੋਣਾ ਇੱਕ ਵੱਖਰਾ ਇਸ਼ੂ ਹੈਗਾ। ਸੋ ਜਿਹੜੀ ਜਾਂਚ ਜਿਹੜੀ ਹੈ ਲਗਾਤਾਰ ਬਹਿਬਲ ਕਲਾਂ ਕਾਂਡ ਦੀ ਔਰ ਕੋਟਕਪੂਰਾ ਕਾਂਡ ਦੀ ਜਿਹੜੀ ਇਹ ਜਾਂਚ ਹੈ ਹਮੇਸ਼ਾ ਤੋਂ ਹੀ ਪੰਜਾਬ ਪੁਲਿਸ ਕੋਲੇ ਰਹੀ ਹੈਗੀ ਹੈ। ਇਹਦੇ ਵਿੱਚ ਸੀਬੀਆਈ ਦਾ ਕਦੇ ਕੁਝ ਨਹੀਂ ਰਿਹਾ ਹੈਗਾ। ਆਪਦੇ ਫੇਲਿਅਰ ਨੂੰ ਤੁਸੀਂ ਦੂਜਿਆਂ ਤੇ ਨਾ ਪਾਓ, ਇਹ ਮੰਨੋ ਕਿ ਤੁਸੀਂ ਕੁਝ ਨਹੀਂ ਕਰ ਸਕਦੇ, ਜਾਂ ਤਾਂ ਤੁਸੀਂ ਇਨਕੈਪੇਬਲ ਹੈਗੇ ਹੋ ਜਾਂ ਫਿਰ ਤੁਸੀਂ ਇਹਨਾਂ ਨਾਲ ਮਿਲੇ ਹੋਏ ਹੋ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਗਰਗ ਸਾਹਿਬ, ਥੈਂਕ ਯੂ ਜੀ। ਸੋਇਆ ਜੀ ਲਾਸਟ ਕਮੈਂਟ ਤੁਹਾਡੇ ਇਸ ਮੁੱਦੇ ਤੇ ਜੋ ਗਰਗ ਸਾਹਿਬ ਨੇ ਕਿਹਾ, ਜੋ ਕਲੀਅਰ ਜੀ ਨੇ ਵੀ ਕਿਹਾ ਕਿ ਨਲਾਇਕੀ ਸਾਬਤ ਹੋ ਰਹੀ ਹੈ ਸਰਕਾਰ ਦੀ। ਗਰਗ ਸਾਹਿਬ ਦਾ ਇਹ ਵੀ ਸੁਝਾਅ ਕਿ ਡਬਲ ਬੈਂਚ ਕੋਲੇ ਕਿਉਂ ਨਹੀਂ ਜਾ ਸਕਦੇ ਤੇ ਕਿਉਂ ਸੀਬੀਆਈ ਕੋਲੇ ਗਈ ਹੈ ਗੱਲ ਗੋਲੀकांड ਦੇ ਮੁੱਦੇ ਤੇ, ਤਾਂ ਪੰਜਾਬ ਕੰਪੀਟੈਂਟ ਅਥਾਰਟੀਜ਼ ਦੀ ਪੰਜਾਬ ਦੇ ਵਿੱਚ ਜਾਂਚ ਹੋਣੀ ਚਾਹੀਦੀ ਸੀ। ਸੰਖੇਪ ਚ ਸੋਇਆ ਜੀ ਪਲੀਜ਼। ਬਿਲਕੁਲ ਦੇਖੋ, ਜਿਹੜਾ ਇਹ ਫੈਸਲਾ ਮਾਨਯੋਗ ਹਾਈ ਕੋਰਟ ਦਾ ਸਿੰਗਲ ਬੈਂਚ ਦਾ ਆਇਆ ਹੈਗਾ, ਇਹ ਬਿਲਕੁਲ ਟੈਕਨੀਕਲ ਇਸ਼ੂ ਹੈ ਕਿ ਇਹਦੀ ਅਪੀਲ ਡਬਲ ਬੈਂਚ ਕੋਲ, ਜਿਹਨੂੰ ਐਲਪੀਏ ਕਹਿੰਦੇ ਨੇ, ਇੱਥੇ ਹਾਈ ਕੋਰਟ ਪੈਣੀ ਹੈ ਜਾਂ ਐਸਐਲਪੀ ਸੁਪਰੀਮ ਕੋਰਟ 'ਚ ਪੈਣੀ ਹੈਗੀ ਹੈ। ਉਹਦਾ ਕਾਰਨ ਇਹ ਹੈਗਾ ਕਿ ਜਿਹੜੀਆਂ ਤਾਂ ਸਿਵਲ ਰਿਟਾਂ ਹੁੰਦੀਆਂ ਨੇ, ਸਿਵਲ ਰਿਟ ਪਟੀਸ਼ਨ ਕਹਿੰਦੇ ਨੇ, ਉਹ ਜਿਹੜੀ ਪੈਂਦੀ ਹੈ ਹਾਈ ਕੋਰਟ ਦੇ ਵਿੱਚ, ਉਹਦੇ ਫੈਸਲੇ ਦੇ ਖਿਲਾਫ ਤਾਂ ਐਲਪੀਏ ਪੈਂਦੀ ਹੈ, ਡਬਲ ਬੈਂਚ ਦੇ ਇੱਥੇ ਹਾਈ ਕੋਰਟ ਦੀ ਪੈ ਜਾਂਦੀ ਹੈ। ਜਿਹੜਾ ਕੋਈ ਕ੍ਰਿਮੀਨਲ ਮੈਟਰ ਹੁੰਦਾ ਹੈਗਾ, ਕ੍ਰਿਮੀਨਲ ਮਿਸਰੀਅੰਸ ਜਿਹਨੂੰ ਕਹਿੰਦੇ ਕੁਐਸ਼ਨਿੰਗ ਪੈਂਦੀ ਹੈਗੀ, ਉਹ ਕ੍ਰਿਮੀਨਲ ਮਿਸਰੀਅੰਸ ਹੁੰਦਾ, ਦੇਖਣਾ 482 ਸੀਆਰਪੀਸੀ ਦੇ ਪਾਈ ਹੈ ਜਾਂ 226 ਆਰਟੀਕਲ ਹੈ, ਟੈਕਨੀਕਲ ਇਸ਼ੂ ਹੈਗਾ ਕਾਨੂੰਨੀ ਤੌਰ ਤੇ, ਤਾਂ ਉਹਦੀ ਅਪੀਲ ਜਿਹੜੀ ਹੈਗੀ ਹੈ 482 ਦੀ, ਉਹ ਸੁਪਰੀਮ ਕੋਰਟ ਐਸਐਲਪੀ ਪੈਂਦੀ ਹੁੰਦੀ ਹੈ। ਇਹ ਆਪਣਾ ਲੀਗਲ ਟੀਮਾਂ ਸਾਡੀਆਂ ਬਣੀਆਂ ਉਹ ਦੇਖ ਲੈਣ ਕਿੱਥੇ ਵੀ ਅਪੀਲ ਪਏਗੀ। ਗੱਲ ਤਾਂ ਅਪੀਲ ਪਾਉਣ ਦੀ ਹੈਗੀ, ਇਹ ਫੈਸਲੇ ਨੂੰ ਚੈਲੰਜ ਕਰਨ ਦੀ ਹੈਗੀ ਹੈ। ਇਹ ਫੈਸਲਾ ਮਾਨਯੋਗ ਹਾਈ ਕੋਰਟ ਸਿੰਗਲ ਬੈਂਚ ਚੈਲੰਜ ਕੀਤਾ ਜਾਊਗਾ ਤੇ ਇਹਦੀ ਅਪੀਲ ਪਾ ਕੇ ਸਟੇਜ ਦੀ ਵੀ ਕੋਸ਼ਿਸ਼ ਕੀਤੀ ਜਾਏਗੀ ਤੇ ਅਲਟੀਮੇਟਲੀ ਇਹਦਾ ਹੈਗਾ ਜਿਹੜਾ ਉਹਨੂੰ ਰੱਦ ਕਰਾਉਣ ਦੀ ਕੋਸ਼ਿਸ਼। ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ। ਸਵੈ ਜੀ, ਗਰਗ ਸਾਹਿਬ, ਕਲੇਰ ਜੀ, ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ।
ਜਿੱਦਾਂ ਮੈਂ ਸ਼ੁਰੂ 'ਚ ਕਮੈਂਟ ਕੀਤੇ ਹੈ ਕਿ ਪੰਜਾਬੀਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਕੋਟਕਪੂਰਾ, ਬਾਈਬਲ ਕਲਾਂ, ਗੋਲੀ ਕਾਂਡ ਬਹੁਤ ਹੀ ਭਾਵਕ ਤੇ ਅਹਿਮ ਮੁੱਦੇ ਹੈ। ਲੰਬੇ ਸਮੇਂ ਤੋਂ ਨਿਆਂ ਦੀ ਇੰਤਜ਼ਾਰ ਹੈ। ਜਦੋਂ ਨਿਆਂ ਨਹੀਂ ਮਿਲਦਾ ਤਾਂ ਸਿਸਟਮ 'ਚ ਲੋਕਾਂ ਦੇ ਇਸੇ ਤਰੀਕੇ ਨਾਲ ਹੀ ਭਰੋਸੇ ਉੱਠਦੇ ਆ ਤੇ ਭਰੋਸੇ ਜਿਹੜੀ ਹੈਗੀ ਹੈ ਖਤਮ ਹੁੰਦੀ ਹੈ। ਜਿਸ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ। ਸੋਹਜ ਜੀ ਨੇ ਕਿਹਾ, ਸਾਡੇ ਦੂਜੇ ਮਹਿਮਾਨਾਂ ਨੇ ਵੀ ਕਿਹਾ ਕਿ ਇਸ ਮੁੱਦੇ ਤੇ ਨਿਆਂ ਲੈਣ ਲਈ ਮਾਮਲਾ ਲੰਬਾ ਪੈਂਦਾ ਨਜ਼ਰ ਆ ਰਿਹਾ ਹੈ। ਫਿਰ ਵੀ ਅਸੀਂ ਇਸ ਗੱਲ ਦੀ, ਇਹਨਾਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬੀਆਂ ਦੀ ਅਸੀਂ ਉਮੀਦ ਕਰਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਇਸ ਮੁੱਦੇ ਤੇ ਜਲਦ ਤੋਂ ਜਲਦ ਜਿਹੜਾ ਹੈਗਾ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਕੇ ਨਿਆਂ ਪ੍ਰਣਾਲੀ ਨੂੰ ਨਿਆਂ ਦੇਣ ਦੇ ਲਈ ਉਸ ਮੁੱਦੇ ਤੇ ਲੈ ਕੇ ਆਉਣਗੀਆਂ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਫਿਰ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।